तो लिखो लिखो आज का जो टॉपिक है केमिकल प्रॉपर्टीज ऑफ हेलोएल्कीन एंड हेलोएरीन्स। ਤਾਂ ਦੇਖੋ ਬੇਸਿਕਲੀ ਜੋ ਕੈਮੀਕਲ ਪ੍ਰੋਪਰਟੀਜ਼ ਹੈ ਜੋ ਇਸ ਦੀਆਂ ਹਨਾ ਉਹ ਬੇਸਿਕਲੀ ਡਿਪੈਂਡ ਕਾਤੇ ਕਰਦੀਆਂ ਨੇ ਤੁਹਾਡੇ ਕਾਰਬਨ ਤੇ ਹੈਲੋਜਨ ਬੌਂਡ ਤੇ। ਤਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਾਰਬਨ ਤੇ ਜੋ ਤੁਹਾਡਾ ਤੇ ਹੈਲੋਜਨ ਦਾ ਬੌਂਡ ਹੁੰਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਪੋਲੈਰਿਟੀ ਹੁੰਦੀ ਹੈ ਡਿਊ ਟੂ ਦਾ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਬਿਟਵੀਨ ਦਾ ਅਟੈਚਡ ਕਾਰਬਨ ਗਰੁੱਪ ਜਿਸ ਨੂੰ ਆਪਾਂ ਐਲਕਾਈਲ ਗਰੁੱਪ ਬੋਲਦੇ ਹਾਂ ਤੇ ਤੁਹਾਡੇ ਹੈਲੋਜਨ ਦੇ ਵਿੱਚ। ਐਂਡ ਕਾਰਬਨ ਤੇ ਕਿਉਂਕਿ ਜੋ ਥੋੜਾ ਅਲਕਾਈਲ ਗਰੁੱਪ ਹੈ ਕਿਉਂਕਿ ਉਹ ਲੈਸ ਇਲੈਕਟ੍ਰੋਨੈਗੇਟਿਵ ਹੁੰਦਾ ਹੈ ਤਾਂ ਉਹਦੇ ਉੱਤੇ ਪਾਰਸ਼ਲ ਪੋਜ਼ਿਟਿਵ ਚਾਰਜ ਆਉਂਦਾ ਹੈ ਤੇ ਜੋ ਤੁਹਾਡੇ ਹੈਲੋਜਨਸ ਹੁੰਦੇ ਨੇ ਉਹ ਤੁਹਾਡੇ ਇਲੈਕਟ੍ਰੋਨੈਗੇਟਿਵ ਹੋਣ ਕਰਕੇ ਉਹਨਾਂ ਉੱਪਰ ਕੀ ਆਉਂਦਾ ਹੈ ਪਾਰਸ਼ਲ ਨੈਗੇਟਿਵ ਚਾਰਜ ਆਉਂਦਾ ਹੈ ਜਿਸ ਕਰਕੇ ਜੋ ਤੁਹਾਡਾ ਅਲਕਾਈਲ ਗਰੁੱਪ ਹੈ ਉਹ ਕਿਦਾਂ ਦਾ ਬਿਹੇਵ ਕਰਦਾ ਹੈ ਐਜ਼ ਯੂਅਰ ਇਲੈਕਟ੍ਰੋਫਾਈਲ। ਜਿਸ ਕਰਕੇ ਕੀ ਹੁੰਦਾ ਹੈ ਕਿ ਅਗਰ ਬਾਹਰੋਂ ਕੋਈ ਵੀ ਨਿਊਕਲੀਓਫਾਈਲ ਆਉਂਦਾ ਹੈ ਤਾਂ ਉਹ ਈਜ਼ਲੀ ਤੁਹਾਡੇ ਕਾਰਬਨ ਤੇ ਅਟੈਕ ਕਰ ਸਕਦਾ ਹੈ ਤੇ ਤੁਹਾਡੇ ਹੈਲੋਜਨ ਗਰੁੱਪ ਨੂੰ ਬਾਹਰ ਨਿਕਾਲ ਸਕਦਾ ਹੈ। ਰੀਜ਼ਨ ਬੀਇੰਗ ਕੀ ਹੈ ਕਿ ਜੋ ਤੁਹਾਡਾ ਹੈਲੋਜਨ ਇੱਥੇ ਹੁੰਦੇ ਨੇ ਹੈਲੋਜਨ ਆਰ ਯੂਅਰ ਗੁੱਡ ਲਿਵਿੰਗ ਗਰੁੱਪ। ਹੈਲੋਜਨਸ ਕੀ ਹੁੰਦੇ ਨੇ ਤੁਹਾਡੇ ਇੱਕ ਅੱਛੇ ਲਿਵਿੰਗ ਗਰੁੱਪਸ ਹੋਣ ਕਰਕੇ ਈਜ਼ਲੀ ਤੁਹਾਡੇ ਸਿਸਟਮ ਦੇ ਵਿੱਚੋਂ ਬਾਹਰ ਰਿਮੂਵ ਹੋ ਜਾਂਦੇ ਨੇ ਤੇ ਤੁਹਾਡੇ ਇੱਥੇ ਕੀ ਹੋ ਜਾਂਦਾ ਹੈ ਨਿਊਕਲੀਓਫਾਈਲ ਆਪਣੀ ਪੋਜੀਸ਼ਨ ਆਪਣੇ ਹੈਲੋਜਨ ਨੂੰ ਕੀ ਕਰ ਦਿੰਦਾ ਇੱਥੇ ਰਿਪਲੇਸ ਕਰਕੇ ਉਸਦੀ ਪੋਜੀਸ਼ਨ ਤੇ ਚਲਾ ਜਾਂਦਾ ਹੈ ਜਿਸ ਕਰਕੇ ਜੋ ਤੁਹਾਡੇ ਐਲਕਾਈਲ ਹੈਲਾਈਡਸ ਹੁੰਦੇ ਨੇ ਉਹ ਤੁਹਾਡੀਆਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਨੂੰ ਦਿੰਦੇ ਨੇ। ਤਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਦੇ ਵਿੱਚ ਦੇਖੋ ਬੇਸਿਕਲੀ ਹੋ ਕੀ ਰਿਹਾ ਹੈ ਤੁਹਾਡਾ ਕਾਰਬਨ ਤੇ ਹੈਲੋਜਨ ਦਾ ਜੋ ਬੌਂਡ ਹੈ ਉਹ ਬ੍ਰੇਕ ਹੋ ਰਿਹਾ ਹੈ ਤਾਂ ਉਹ ਬੌਂਡ ਜਿੰਨਾ ਜਲਦੀ ਬ੍ਰੇਕ ਹੋਏਗਾ ਰਿਐਕਸ਼ਨ ਓਨੀ ਹੀ ਜ਼ਿਆਦਾ ਕੀ ਹੋਏਗੀ ਤੁਹਾਡੀ ਫਾਸਟ ਹੋਏਗੀ। ਤਾਂ ਤੁਹਾਨੂੰ ਪਤਾ ਹੈ ਕਿ ਅਗਰ ਆਪਾਂ ਕਾਰਬਨ ਤੇ ਆਇਓਡੀਨ ਦੇ ਬੌਂਡ ਦੀ ਗੱਲ ਕਰਦੇ ਹਾਂ ਤੇ ਆਇਓਡੀਨ ਇੱਕ ਅੱਛਾ ਲਿਵਿੰਗ ਗਰੁੱਪ ਵੀ ਹੈ ਐਜ਼ ਕੰਪੇਅਰ ਟੂ ਯਰ ਅਦਰ ਹੈਲੋਜਨ। ਤਾਂ ਅਗਰ ਆਪਾਂ ਇੱਥੇ ਅਲਕਾਈਲ ਹੈਲਾਈਡ ਤੁਹਾਡਾ ਆਇਓਡਾਈਡ ਲੈਂਦੇ ਹਾਂ ਆਪਾਂ ਜੋ ਇੱਥੇ ਹੈਲੋਜਨ ਲੈ ਰਹੇ ਹਾਂ ਉਹ ਤੁਹਾਡਾ ਆਇਓਡੀਨ ਲੈਂਦੇ ਹਾਂ ਤਾਂ ਉਹ ਤੁਹਾਡਾ ਸਭ ਤੋਂ ਵਧੀਆ ਫਾਸਟ ਰਿਐਕਸ਼ਨ ਦੇਗਾ। ਤਾਂ ਇੱਥੇ ਜੋ ਤੁਹਾਡਾ ਰਿਐਕਟੀਵਿਟੀ ਦਾ ਆਰਡਰ ਆਉਂਦਾ ਹੈ ਇੱਥੇ ਜੋ ਤੁਹਾਡਾ ਇੱਥੇ ਰਿਐਕਟੀਵਿਟੀ ਦਾ ਆਰਡਰ ਆਏਗਾ ਤਾਂ ਉਹ ਰਿਐਕਟੀਵਿਟੀ ਦਾ ਆਰਡਰ ਕੀ ਆਏਗਾ ਸਭ ਤੋਂ ਜ਼ਿਆਦਾ ਫਾਸਟ ਤੁਹਾਡਾ ਆਇਓਡਾਈਡ ਦੇਗਾ ਉਸ ਤੋਂ ਸਲੋ ਬ੍ਰੋਮਾਈਡ ਉਸ ਤੋਂ ਸਲੋ ਤੁਹਾਡਾ ਕਲੋਰਾਈਡ ਐਂਡ ਸਭ ਤੋਂ ਜੋ ਸਲੋ ਰਿਐਕਸ਼ਨ ਦਿੰਦਾ ਹੈ ਉਹ ਕੌਣ ਦਿੰਦਾ ਹੈ ਤੁਹਾਡਾ ਫਲੋਰਾਈਡ ਦਿੰਦਾ ਹੈ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਦੀਆਂ ਰਿਐਕਸ਼ਨਸ ਨੂੰ ਡਿਸਕਸ ਕਰਦੇ ਹਾਂ ਕਿ ਕਿਸ ਦੇਖੋ ਤੁਹਾਡੇ ਨਿਊਕਲੀਓਫਾਈਲ ਡਿਫਰੈਂਟ ਤਰ੍ਹਾਂ ਦੇ ਹੋ ਸਕਦੇ ਨੇ ਤਾਂ ਡਿਫਰੈਂਟ ਟਾਈਪ ਆਫ ਜੋ ਤੁਹਾਡੀਆਂ ਰਿਐਕਸ਼ਨਸ ਨੇ ਉਹ ਤੁਹਾਡੀਆਂ ਤੇ ਡਿਫਰੈਂਟ ਟਾਈਪਸ ਆਫ ਰਿਐਕਟੈਂਟ ਤੇ ਜੋ ਤੁਹਾਡੇ ਨਿਊਕਲੀਓਫਾਈਲ ਮਿਲ ਕੇ ਡਿਫਰੈਂਟ ਟਾਈਪ ਦੇ ਪ੍ਰੋਡਕਟ ਬਣਾ ਸਕਦੇ ਨੇ। ਤਾਂ ਆਪਾਂ ਇੱਕ ਇੱਕ ਕਰਕੇ ਇਹਨਾਂ ਨਿਊਕਲੀਓਫਾਈਲਸ ਨੂੰ ਡਿਸਕਸ ਕਰਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਦੈਟ ਪਾਰਟਿਕੂਲਰ ਨਿਊਕਲੀਓਫਾਈਲ ਤੁਹਾਡਾ ਕਿਸ ਪ੍ਰੋਡਕਟ ਨੂੰ ਫਾਰਮੇਸ਼ਨ ਕਰਦਾ ਹੈ। ਤਾਂ ਆਪਾਂ ਪਹਿਲੀ ਨਿਊਕਲੀਓਫਿਲਿਕ ਰਿਐਕਸ਼ਨ ਦੇਖਦੇ ਹਾਂ ਇਹਦੇ ਵਿੱਚ ਆਪਾਂ ਕੀ ਦੇਖਾਂਗੇ ਤੁਹਾਡਾ ਫਾਰਮੇਸ਼ਨ ਆਫ ਐਲਕੋਹਲ। ਆਪਾਂ ਇੱਥੇ ਕੀ ਡਿਸਕਸ ਕਰਾਂਗੇ ਤੁਹਾਡਾ ਫਾਰਮੇਸ਼ਨ ਆਫ ਐਲਕੋਹਲ। ਹੁਣ ਦੇਖੋ ਐਲਕੋਹਲ ਅਤੇ ਤੁਸੀਂ ਫਾਰਮ ਕਰਨਾ ਹੈ ਤਾਂ ਐਲਕੋਹਲ ਦਾ ਮਤਲਬ ਕਿਹੜਾ ਗਰੁੱਪ ਫੰਕਸ਼ਨਲ ਗਰੁੱਪ ਕਿਹੜਾ ਚਾਹੀਦਾ ਤੁਹਾਡੇ ਕੋਲ OH ਗਰੁੱਪ ਚਾਹੀਦਾ। ਤਾਂ ਜੋ ਤੁਹਾਡਾ ਦੇਖੋ ਇੱਥੇ ਕੀ ਹੈ ਆਪਾਂ ਕੀ ਯੂਜ਼ ਕਰਾਂਗੇ ਤੁਹਾਡਾ ਐਕੁਅਸ KOH ਐਕੁਅਸ KOH ਲੈ ਲਓ ਜਾਂ NaOH ਲੈ ਸਕਦੇ ਹੋ ਕਿ ਜੋ ਤੁਹਾਡਾ ਤੇ ਅਲਕਾਈਲ ਹੈਲਾਈਡ ਹੈ ਅਗਰ ਆਪਾਂ ਉਸਦੀ ਰਿਐਕਸ਼ਨ ਤੁਹਾਡਾ ਐਕੁਅਸ KOH ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੈ ਪੋਟਾਸ਼ੀਅਮ ਤੇ ਪੋਜ਼ਿਟਿਵ ਚਾਰਜ ਤੇ ਹਾਈਡਰੋਕਸਾਈਡ ਤੇ ਨੈਗੇਟਿਵ ਚਾਰਜ ਹੋਣ ਕਰਕੇ ਇਹ ਤੁਹਾਡਾ ਕਿਸ ਤਰ੍ਹਾਂ ਬਿਹੇਵ ਕਰੇਗਾ ਐਜ਼ ਅ ਨਿਊਕਲੀਓਫਾਈਲ। ਤਾਂ ਨਿਊਕਲੀਓਫਾਈਲ ਦਾ ਕੰਮ ਕੀ ਹੈ ਇਹ ਕੀ ਕਰੇਗਾ ਤੁਹਾਡੇ ਨਿਊਕਲੀਓਫਾਈਲ ਕੀ ਕਰੇਗਾ ਅਲਕਾਈਲ ਪਾਰਟ ਤੇ ਅਟੈਕ ਕਰਕੇ ਤੁਹਾਡੇ ਹੈਲੋਜਨ ਨੂੰ ਬਾਹਰ ਰਿਮੂਵ ਕਰ ਦੇਗਾ ਤੇ ਅਲਟੀਮੇਟਲੀ ਤੇ ਤੁਹਾਡਾ ਪ੍ਰੋਡਕਟ ਕੀ ਬਣੇਗਾ ਤੁਹਾਡਾ ਐਲਕੋਹਲ ਤੇ ਜੋ ਤੁਹਾਡਾ ਤੇ ਹੈਲੋਜਨ ਵਾਲਾ ਪਾਰਟ ਹੈ ਉਹ ਤੁਹਾਡੇ ਸਿਸਟਮ ਦੇ ਵਿੱਚੋਂ ਕੀ ਹੋ ਜਾਏਗਾ ਲੀਵ ਹੋ ਜਾਏਗਾ। ਸੋ ਇੱਥੇ ਆਪਾਂ ਕੀ ਕਰ ਰਹੇ ਹਾਂ ਅਲਕਾਈਲ ਹੈਲਾਈਡ ਦੀ ਰਿਐਕਸ਼ਨ ਜਦੋਂ ਤੁਹਾਡੇ ਇੱਕ ਐਕੁਅਸ KOH ਜਿਹਦੇ ਵਿੱਚ ਜੋ ਤੁਹਾਡਾ ਹਾਈਡਰੋਕਸਾਈਡ ਹੈ ਉਹ ਐਜ਼ ਅ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰਦਾ ਹੈ ਤੇ ਤੁਹਾਡਾ ਪ੍ਰੋਡਕਟ ਕੀ ਬਣਦਾ ਹੈ ਇੱਥੇ ਐਲਕੋਹਲ। ਪ੍ਰੋਡਕਟ ਕੀ ਬਣਦਾ ਹੈ ਤੁਹਾਡਾ ਇੱਥੇ ਐਲਕੋਹਲ। ਸਿਮਿਲਰਲੀ ਫॉर एग्जांपल ਅਗਰ ਮੈਂ ਇੱਥੇ ਕੋਈ ਪਾਰਟਿਕੂਲਰ ਇੱਕ ਐਗਜ਼ਾਮਪਲ ਲੈ ਲੈਣਾ ਹਾਂ ਹਨਾ ਜਿਵੇਂ ਥੋੜਾ ਇੱਥੇ ਮੈਂ ਮਿਥਾਈਲ ਆਇਓਡਾਈਡ ਲੈ ਲਾਂ ਤੇ ਇਸ ਦੀ ਰਿਐਕਸ਼ਨ ਮੈਂ ਕਾਹਦੇ ਨਾਲ ਕਰਵਾ ਦਾਂ ਤੁਹਾਡੇ ਸਿਲਵਰ ਹਾਈਡਰੋਕਸਾਈਡ। ਦੇਖੋ ਵੈਸੇ ਜੋ ਥੋੜਾ ਸਿਲਵਰ ਹਾਈਡਰੋਕਸਾਈਡ ਹੁੰਦਾ ਨਾ ਉਹ ਐਦਾਂ ਐਜ਼ ਇਟ ਇਜ਼ ਪ੍ਰੈਜ਼ੈਂਟ ਨਹੀਂ ਹੁੰਦਾ ਠੀਕ ਹੈ। ਇਹਦੇ ਲਈ ਆਪਾਂ ਇਹਨੂੰ ਜਨਰਲੀ ਬੋਲਦੇ ਕੀ ਆ ਥੋੜਾ ਮੋਇਸਟ ਸਿਲਵਰ ਆਕਸਾਈਡ। ਜਦੋਂ ਵੀ ਤੁਹਾਡੇ ਕੋਲ ਦੇਖੋ ਲੈਬ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ ਤੁਹਾਡੇ ਕੋਲੇ ਸਿਲਵਰ ਆਕਸਾਈਡ। ਤਾਂ ਜਦੋਂ ਸਿਲਵਰ ਆਕਸਾਈਡ ਤੁਹਾਡਾ
ਪਾਣੀ ਦੇ ਨਾਲ ਰਿਐਕਟ ਕਰਦਾ ਹੈ ਤਾਂ ਤੁਹਾਡਾ ਉੱਥੇ ਜਾ ਕੇ ਸਿਲਵਰ ਹਾਈਡਰੋਕਸਾਈਡ ਬਣਦਾ ਹੈ, ਜੋ ਕਿ ਬੜਾ ਹੀ ਅਨਸਟੇਬਲ ਹੁੰਦਾ ਹੈ। ਤੇ ਜੋ ਇਹਦਾ ਹਾਈਡਰੋਕਸਾਈਡ ਪਾਰਟ ਹੈ ਉਹ ਤੁਹਾਡੇ ਮਿਥਾਈਲ ਤੇ ਅਟੈਕ ਕਰਕੇ ਤੁਹਾਡੇ ਆਇਓਡਾਈਡ ਨੂੰ ਬਾਹਰ ਨਿਕਾਲ ਦਿੰਦਾ ਹੈ, ਤੇ ਨਾਲ ਜੋ ਤੁਹਾਡਾ ਸਾਈਡ ਪ੍ਰੋਡਕਟ ਇੱਥੇ ਕੀ ਬਣਦਾ ਹੈ ਤੁਹਾਡੇ ਕੋਲੇ, ਸਿਲਵਰ ਆਇਓਡਾਈਡ। ਮੈਂ ਤੁਹਾਨੂੰ ਦੱਸਿਆ ਸੀ ਸ਼ਾਇਦ ਲਾਸਟ ਟਾਈਮ ਵੀ ਕਿ ਜਦੋਂ ਵੀ ਤੁਹਾਨੂੰ ਸਿਲਵਰ ਤੇ ਹੈਲੋਜਨ ਦਿਖੇ, ਸਿਲਵਰ ਤੇ ਹੈਲੋਜਨ ਦੇ ਵਿੱਚ ਬਹੁਤ ਹੀ ਅੱਛੀ ਬੌਂਡਿੰਗ ਹੁੰਦੀ ਹੈ, ਉਹ ਇਮੀਡੀਏਟਲੀ ਤੁਹਾਡੇ ਸਿਸਟਮ ਦੇ ਵਿੱਚੋਂ ਕੀ ਹੋ ਜਾਂਦੇ ਨੇ, ਲੀਵ ਕਰ ਸਕਦੇ ਨੇ। ਸੈਕਿੰਡ ਲਿਖੋ, ਇਹ ਤਾਂ ਤੁਹਾਡਾ ਅਲਕੋਹਲ ਦੀ ਫਾਰਮੇਸ਼ਨ ਹੈ। ਸੈਕਿੰਡ ਲਿਖੋ, ਫਾਰਮੇਸ਼ਨ ਆਫ ਈਥਰ। ਫਾਰਮੇਸ਼ਨ ਆਫ ਈਥਰ। ਹੁਣ ਦੇਖੋ ਈਥਰ ਗਰੁੱਪ ਕਿਹੜਾ ਹੁੰਦਾ ਹੈ, ਤੁਹਾਨੂੰ ਪਤਾ ਹੈ ROR, ਠੀਕ ਹੈ, ROR। ਫॉर द ਸਿੰਪਲਿਸਿਟੀ ਮੈਂ ਇੱਥੇ ਇੱਕ ਡਿਫਰੈਂਟ OR ਡੈਸ਼ ਲਿਖ ਰਿਹਾ ਹਾਂ ਨਾ। ਤਾਂ ਹੁਣ ਤੁਸੀਂ ਦੇਖੋ ਇੱਥੇ ਕੀ ਹੈ, ਤੁਹਾਡਾ RX ਹੈ, ਤਾਂ ਤੁਸੀਂ ਇੱਥੇ X ਨੂੰ ਰਿਮੂਵ ਕਰਵਾ ਕੇ ਕਿਹੜਾ ਗਰੁੱਪ ਲੈ ਕੇ ਆਣਾ ਹੈ, OR ਡੈਸ਼, ਹੈ ਨਾ। ਤੇ ਇਹ ਗਰੁੱਪ ਕਦੋਂ ਆਊਗਾ, ਜਦੋਂ ਤੁਹਾਡਾ O ਤੇ ਨੈਗੇਟਿਵ ਚਾਰਜ ਹੋਊਗਾ, ਤਾਂ ਹੀ ਤੁਹਾਡੇ ਇਸ ਕਾਰਬਨ ਤੇ ਅਲਕਾਈਲ ਪਾਰਟ ਤੇ ਅਟੈਕ ਕਰਕੇ ਹੈਲੋਜਨ ਨੂੰ ਬਾਹਰ ਰਿਮੂਵ ਕਰਵਾਏਗਾ। ਸੋ ਦੈਟ ਮੀਨਸ ਅਗਰ ਤੁਹਾਨੂੰ ਇੱਥੇ O ਤੇ ਨੈਗੇਟਿਵ R ਡੈਸ਼ ਏਦਾਂ ਦਾ ਸਿਸਟਮ ਚਾਹੀਦਾ ਹੈ, ਤਾਂ ਇੱਥੇ ਆਪਾਂ ਇਹਦਾ ਸੋਲਟ ਲੈ ਲਾਂਗੇ, ਜਿਸ ਨੂੰ ਆਪਾਂ ਬੋਲਦੇ ਹਾਂ ਸੋਡੀਅਮ ਐਲਕੋਕਸਾਈਡ। ਸੋਡੀਅਮ ਐਲਕੋਕਸਾਈਡ। ਸੋ ਦੈਟ ਮੀਨਸ ਤੁਹਾਨੂੰ ਜਦੋਂ ਵੀ ਤੁਸੀਂ ਸੋਡੀਅਮ ਐਲਕੋਕਸਾਈਡ ਦੀ ਰਿਐਕਸ਼ਨ, ਠੀਕ ਹੈ, ਇੱਕ ਅਲਕਾਈਲ ਹੈਲਾਈਡ ਦੇ ਨਾਲ ਕਰਵਾਓਗੇ, ਤਾਂ ਜੋ ਆਕਸੀਜਨ ਤੇ ਨੈਗੇਟਿਵ ਚਾਰਜ ਹੈ that will attack on your alkyl part of your alkyl halide and halogen will leave the system। ਤੇ ਤੁਹਾਡੇ ਕੋਲ ਜੋ ਫਾਈਨਲ ਪ੍ਰੋਡਕਟ ਬਣੇਗਾ ਉਹ ਇੱਥੇ ਕੀ ਬਣੇਗਾ, ਤੁਹਾਡੇ ਕੋਲੇ ਈਥਰ। ਦੇਖੋ ਇੱਥੇ ਹੁਣ ਮੇਨ ਗੱਲ ਜੋ ਦੱਸਣ ਵਾਲੀ ਕੀ ਹੈ, ਕਿ ਜਿਹੜੀ ਆਪਾਂ ਇੱਥੇ ਰਿਐਕਸ਼ਨ ਕੀਤੀ ਹੈ that is a naming reaction, ਤੇ ਇਸ ਨੂੰ ਆਪਾਂ ਬੋਲਦੇ ਹਾਂ ਵਿਲੀਅਮਸਨ ਸਿੰਥੇਸਿਸ। ਵਿਲੀਅਮਸਨ ਸਿੰਥੇਸਿਸ। ਐਂਡ ਜੋ ਇਹ ਮਕੈਨਿਜ਼ਮ ਹੁੰਦਾ ਹੈ, ਇਹ ਤੁਹਾਡਾ SN2 ਪਾਥਵੇ ਦੇ ਨਾਲ ਜਾਂਦਾ ਹੈ। SN1 SN2 ਸਾਰਾ ਕੁਝ ਮੈਂ ਤੁਹਾਨੂੰ ਜਦੋਂ ਕੈਮੀਕਲ ਪ੍ਰੋਪਰਟੀਜ਼ ਤੋਂ ਬਾਅਦ ਕਰਵਾਵਾਂਗਾ ਕਿ ਇਹਦਾ ਮਤਲਬ ਕੀ ਹੁੰਦਾ ਹੈ, ਤਾਂ ਉੱਥੇ ਤੁਸੀਂ ਸਮਝ ਜਾਓਗੇ। SN2 ਦਾ ਮਤਲਬ ਕੀ ਹੁੰਦਾ ਹੈ, S ਦਾ ਮਤਲਬ ਸਬਸਟੀਟਿਊਸ਼ਨ, N ਦਾ ਮਤਲਬ ਨਿਊਕਲੀਓਫਾਈਲ, ਤੇ 2 ਦਾ ਮਤਲਬ ਹੁੰਦਾ ਹੈ ਬਾਇਓਮੋਲੀਕੂਲ। ਤਾਂ SN2 ਦਾ ਮਤਲਬ ਟੋਟਲ ਮੈਂ ਮਤਲਬ ਲਿਖ ਵੀ ਦਿੰਦਾ ਹਾਂ ਇੱਥੇ, SN2 ਦਾ ਮਤਲਬ ਕੀ ਹੁੰਦਾ ਹੈ ਤੁਹਾਡਾ ਬਾਇਓਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਬਾਇਓਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਦੇਖੋ ਹੁਣ ਬਾਇਓਮੋਲੀਕੂਲਰ ਦਾ ਇੱਥੇ ਮਤਲਬ ਕੀ ਹੈ, ਕਿ ਜੋ ਰਿਐਕਸ਼ਨ ਦਾ ਰੇਟ ਹੈ, ਜੋ ਰਿਐਕਸ਼ਨ ਦਾ ਜੋ ਰੇਟ ਹੈ ਉਹ ਤੁਹਾਡੇ ਦੋਨੋਂ ਮੋਲੀਕਿਊਲਸ ਤੇ ਡਿਪੈਂਡ ਕਰੇਗਾ, ਤਾਂ ਕਰਕੇ ਆਪਾਂ ਇੱਥੇ ਵਰਡ ਯੂਜ਼ ਕਰਦੇ ਹਾਂ ਤੁਹਾਡਾ ਬਾਇਓਮੋਲੀਕੂਲਰ। ਤਾਂ ਕਰਕੇ ਇਹ ਕੀ ਹੈ, ਤੁਹਾਡੀ ਸੈਕਿੰਡ ਆਰਡਰ ਕਾਈਨੈਟਿਕਸ ਨੂੰ ਕੀ ਕਰਦੀ ਹੈ, ਫੋਲੋ ਕਰਦੀ ਹੈ, ਤਾਂ ਹੀ ਕਰਕੇ SN2 ਹੈ, ਇਹ ਤੁਹਾਡੇ ਸੈਕਿੰਡ ਆਰਡਰ ਕਾਈਨੈਟਿਕਸ ਨੂੰ, ਆਪਾਂ ਕੈਮੀਕਲ ਕਾਈਨੈਟਿਕਸ ਸਾਰਾ ਪੜ੍ਹਿਆ ਹੈ ਹਨਾ, ਤਾਂ ਇਹ ਤੁਹਾਡੇ ਸੈਕਿੰਡ ਆਰਡਰ ਕਾਈਨੈਟਿਕਸ ਨੂੰ ਕੀ ਕਰਦੀ ਹੈ, ਫੋਲੋ ਕਰਦੀ ਹੈ। ਦੈਟ ਮੀਨਸ ਰਿਐਕਸ਼ਨ ਦੀ ਜੋ ਰੇਟ ਹੈ ਉਹ ਤੁਹਾਡੇ ਡਿਪੈਂਡ ਕਰੇਗੀ ਤੁਹਾਡੇ ਅਲਕਾਈਲ ਹੈਲਾਈਡ ਦੀ ਕੰਸੈਂਟ੍ਰੇਸ਼ਨ ਤੇ ਐਜ਼ ਵੈਲ ਐਜ਼ ਤੁਹਾਡੇ ਐਲਕੋਕਸਾਈਡ ਦੀ ਕੰਸੈਂਟ੍ਰੇਸ਼ਨ ਤੇ, ਦੋਨਾਂ ਤੇ ਡਿਪੈਂਡ ਕਰੇਗੀ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਬਾਰ-ਬਾਰ ਕਿਹਾ ਹੈ ਕਿ ਜੋ ਤੁਹਾਡਾ ਨਿਊਕਲੀਓਫਾਈਲ ਹੁੰਦਾ ਹੈ, ਜੋ ਤੁਹਾਡਾ ਨਿਊਕਲੀਓਫਾਈਲ ਹੁੰਦਾ ਹੈ that is a steric sensitive, ਉਹ ਤੁਹਾਡੇ steric sensitive ਹੁੰਦਾ ਹੈ। ਤਾਂ ਨਿਊਕਲੀਓਫਾਈਲ ਦੀ ਕੋਸ਼ਿਸ਼ ਇਹ ਹੁੰਦੀ ਹੈ that should not be very bulky। ਅਗਰ ਤੁਹਾਡਾ ਨਿਊਕਲੀਓਫਾਈਲ ਬਲਕੀ ਹੋਏਗਾ ਤਾਂ ਉਹ ਪ੍ਰੋਪਰਲੀ ਵਰਕ ਨਹੀਂ ਕਰ ਪਾਏਗਾ। ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਜੋ ਤੁਹਾਡਾ ਨਿਊਕਲੀਓਫਾਈਲ ਹੁੰਦਾ ਹੈ ਉਹ ਕੀ ਹੁੰਦਾ ਹੈ, ਤੁਹਾਡਾ steric sensitive ਹੁੰਦਾ ਹੈ। ਅਗਰ ਤੁਹਾਡੀ ਬਲਕੀਨੈਸ, ਜੋ ਵੀ ਆਪਣੇ ਇਲੈਕਟ੍ਰੋਨ ਨੂੰ ਡੋਨੇਟ ਕਰਦਾ ਹੈ, ਅਗਰ ਉਸਦੀ ਬਲਕੀਨੈਸ ਵਧੇਗੀ, ਬਲਕੀਨੈਸ ਵਧਣ ਦੇ ਨਾਲ ਉਹ ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਨਹੀਂ ਕਰਦਾ, ਉਹ ਬੇਸ ਦੀ ਤਰ੍ਹਾਂ ਬਿਹੇਵ ਕਰਦਾ ਹੈ। ਹੁਣ ਇੱਕ ਚੀਜ਼ ਦੇਖੋ ਇੱਥੇ ਧਿਆਨ ਨਾਲ ਦੇਖੋ ਕਿ ਜਦੋਂ ਹੀ ਇੱਥੇ ਐਲਕੋਕਸਾਈਡ ਹੈ, ਐਲਕੋਕਸਾਈਡ ਨੇ R ਤੇ ਅਟੈਕ ਕਰਨਾ ਹੈ, ਤਾਂ R ਤੇ ਅਟੈਕ ਤਾਂ ਹੀ ਕਰ ਪਾਏਗਾ ਅਗਰ ਤੁਹਾਡਾ ਜੋ ਅਲਕਾਈਲ ਹੈਲਾਈਡ ਹੈ ਉਸ ਕੋਲ ਸਫੀਸ਼ੀਐਂਟ ਪੋਜੀਸ਼ਨ ਜਾਂ ਸਫੀਸ਼ੀਐਂਟ ਸਪੇਸ ਹੋਏਗੀ, ਤਾਂ ਕਿ ਇੱਥੇ R ਤੇ ਅਟੈਕ ਹੋ ਸਕੇ ਤੇ ਤੁਹਾਡਾ ਹੈਲੋਜਨ ਲੀਵ ਕਰ ਸਕੇ। ਕਿਉਂਕਿ ਅਗਰ ਤੁਹਾਡਾ ਅਲਕਾਈਲ ਹੈਲਾਈਡ ਬਲਕੀ ਹੋਇਆ ਤਾਂ ਉੱਥੇ ਰਿਐਕਸ਼ਨ ਪੋਸੀਬਲ ਨਹੀਂ ਹੋਣੀ, ਬਿਕੋਜ਼ ਕਿ ਜੋ ਤੁਹਾਡਾ ਨਿਊਕਲੀਓਫਾਈਲ ਹੈ ਉਸਨੂੰ ਓਨੀ ਸਫੀਸ਼ੀਐਂਟ ਸਪੇਸ ਹੀ ਨਹੀਂ ਮਿਲ ਰਹੀ ਹੈ ਰਿਐਕਸ਼ਨ ਨੂੰ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਨੂੰ ਪ੍ਰੋਸੀਡ ਕਰਨ ਦੇ। ਤਾਂ ਇੱਥੇ ਮੈਂ ਪੁਆਇੰਟ ਲਿਖ ਰਿਹਾ ਹਾਂ ਕਿ ਅਗਰ ਤੁਹਾਡਾ ਇੱਥੇ ਐਲਕਾਈਲ ਹੈਲਾਈਡ ਬਲਕੀ ਘੱਟ ਹੋਇਆ, ਅਗਰ ਇਹ ਘੱਟ ਬਲਕੀ ਹੋਏਗਾ ਤਾਂ ਰਿਐਕਸ਼ਨ ਤੁਹਾਡੀ ਫਾਸਟ ਹੋਏਗੀ। ਬਟ as soon as the bulkiness of your alkyl part, ਜੋ ਤੁਹਾਡਾ alkyl halide ਹੈ, ਅਗਰ ਉਸਦੀ ਬਲਕੀਨੈਸ ਜ਼ਿਆਦਾ ਇੰਕਰੀਜ਼ ਹੋਏਗੀ ਤਾਂ ਰਿਐਕਸ਼ਨ ਓਨੀ ਹੀ ਜ਼ਿਆਦਾ ਕੀ ਹੋ ਜਾਏਗੀ, ਤੁਹਾਡੀ
ਸਲੋ ਹੋ ਜਾਏਗੀ। ਸੋ ਦੈਟ ਮੀਨਸ ਅਗਰ ਇੱਥੇ ਤੁਹਾਡਾ ਜੋ ਐਲਕਾਈਲ ਹੈਲਾਈਡ ਤੁਸੀਂ ਚੂਜ਼ ਕਰ ਰਹੇ ਹੋ, ਜੋ ਤੁਸੀਂ ਇੱਥੇ ਐਲਕਾਈਲ ਹੈਲਾਈਡ ਚੂਜ਼ ਕਰ ਰਹੇ ਹੋ, ਅਗਰ ਉਹ ਪ੍ਰਾਇਮਰੀ ਹੋਇਆ ਤਾਂ ਸਭ ਤੋਂ ਫਾਸਟ ਰਿਐਕਸ਼ਨ ਦੇਗਾ, ਦੈਨ ਤੁਹਾਡਾ ਸੈਕੰਡਰੀ ਤੇ ਦੈਨ ਤੁਹਾਡਾ ਟਰਸ਼ਰੀ ਜੋ ਹੈ ਉਹ ਬਿਲਕੁਲ ਹੀ ਸਲੋ ਰਿਐਕਟ ਕਰੇਗਾ, ਜਾਂ ਇਟ ਮੇ ਬੀ ਪੋਸੀਬਲ ਕਿ ਉਹ ਰਿਐਕਸ਼ਨ ਦੇ ਹੀ ਨਾ, ਕਿਉਂਕਿ ਅਗਰ ਤੁਹਾਡਾ ਇਹ ਬਲਕੀ ਹੋਇਆ ਜਿੰਨਾ ਜ਼ਿਆਦਾ, ਓਨਾ ਹੀ ਤੁਹਾਡੇ ਨਿਊਕਲੀਓਫਾਈਲ ਨੂੰ ਅਟੈਕ ਕਰਨਾ ਮੁਸ਼ਕਿਲ ਹੋਏਗਾ। ਰੀਜ਼ਨ ਕੀ ਹੈ, ਨਿਊਕਲੀਓਫਾਈਲ ਨੇ ਤੁਹਾਡੇ ਕਾਰਬਨ ਦੀ ਪੋਜੀਸ਼ਨ ਤੇ ਅਗਰ ਅਪਰੋਚੇਬਲ ਹੋਏਗਾ ਤਾਂ ਹੀ ਤਾਂ ਉਸ ਤੇ ਅਟੈਕ ਕਰਕੇ ਤੁਹਾਡੇ ਹੈਲੋਜਨ ਨੂੰ ਬਾਹਰ ਨਿਕਾਲੇਗਾ, ਬਟ ਅਗਰ ਉਸਦੇ ਆਸੇ ਪਾਸੇ ਪੂਰੀ ਭੀੜ ਹੋਏਗੀ ਤਾਂ ਨਿਊਕਲੀਓਫਾਈਲ ਨੂੰ ਕਿੱਥੋਂ ਜਗ੍ਹਾ ਮਿਲੇਗੀ ਉਤੇ ਅਟੈਕ ਕਰਨ ਦੀ, ਤਾਂ ਅਗਰ ਜਗ੍ਹਾ ਹੀ ਨਹੀਂ ਮਿਲੀ ਤਾਂ ਉਹ ਉਸਨੂੰ ਅਲਕਾਈਲ ਹੈਲਾਈਡ ਦੇ ਵਿੱਚੋਂ ਹੈਲਾਈਡ ਨੂੰ ਸਬਸਟੀਟਿਊਟ ਨਹੀਂ ਕਰਵਾ ਪਾਏਗਾ ਤੇ ਰਿਐਕਸ਼ਨ ਤੁਹਾਡੀ ਅੱਗੇ ਪ੍ਰੋਸੀਡ ਨਹੀਂ ਹੋਣੀ। ਤਾਂ ਦੇਖੋ ਹੁਣ ਨਾ ਇੱਕ ਕੁਐਸਚਨ ਦੇਖੋ, ਤੁਹਾਨੂੰ ਕੁਐਸਚਨ ਤੋਂ ਜ਼ਿਆਦਾ ਕਲੀਅਰ ਹੋਏਗਾ। ਦੇਖੋ ਤੁਹਾਡੇ ਕੋਲ ਆਹ ਵਾਲੀ ਚੀਜ਼ ਹੈ, ਇੱਥੇ ਮੈਂ ਐਲਕੋਕਸਾਈਡ ਕਿਹੜਾ ਲੈ ਰਿਹਾ ਤੁਹਾਡਾ ਟਰਸ਼ਰੀ ਲੈ ਰਿਹਾ ਹਾਂ, ਐਲਕੋਕਸਾਈਡ O ਨੈਗੇਟਿਵ Na ਪੋਜ਼ਿਟਿਵ। ਇੱਥੇ ਮੈਂ ਜੋ ਤੁਹਾਡਾ ਐਲਕੋਕਸਾਈਡ ਲੈ ਰਿਹਾ ਹਾਂ ਉਹ ਤੁਹਾਡਾ ਟਰਸ਼ਰੀ ਐਲਕੋਕਸਾਈਡ ਲੈ ਰਿਹਾ। ਅਗਰ ਮੈਂ ਤੁਹਾਡੇ ਟਰਸ਼ਰੀ ਐਲਕੋਕਸਾਈਡ ਦੀ ਰਿਐਕਸ਼ਨ ਤੁਹਾਡੇ ਕਾਹਦੇ ਨਾਲ ਕਰਵਾ ਰਿਹਾ ਹਾਂ, ਇਥਾਈਲ ਬ੍ਰੋਮਾਈਡ ਦੇ ਨਾਲ ਕਰਵਾ ਰਿਹਾ ਹਾਂ, ਜੋ ਕਿ ਤੁਹਾਡਾ ਕੀ ਹੈ, ਤੁਹਾਡਾ ਪ੍ਰਾਇਮਰੀ 1 ਡਿਗਰੀ ਐਲਕਾਈਲ ਹੈਲਾਈਡ ਹੈ। ਅਗਰ ਮੈਂ ਇੱਥੇ ਇਸ ਦੇ ਨਾਲ ਰਿਐਕਸ਼ਨ ਕਰਵਾ ਰਿਹਾ ਹਾਂ ਤਾਂ ਦੇਖੋ ਇੱਥੇ ਤੁਹਾਡੀ ਕੀ ਹੋਏਗੀ, ਵਿਲੀਅਮਸਨ ਸਿੰਥੇਸਿਸ ਮਤਲਬ SN2 ਰਿਐਕਸ਼ਨ ਪ੍ਰੋਸੀਡ ਹੋ ਜਾਏਗੀ। ਰੀਜ਼ਨ ਕੀ ਹੈ, ਕਿਉਂਕਿ ਇਹ ਪ੍ਰਾਇਮਰੀ ਹੈ ਤਾਂ ਇਹਦੇ ਕੋਲ ਬਹੁਤ ਸਾਰੀ ਸਪੇਸ ਇਸ ਕਾਰਬਨ ਕੋਲ ਕੀ ਪਈ ਹੈ, ਖਾਲੀ ਪਈ ਹੈ। ਆਹ ਨੈਗੇਟਿਵ ਆਏਗਾ, ਈਜ਼ਲੀ ਅਟੈਕ ਕਰ ਦੇਗਾ ਤੇ ਤੁਹਾਡਾ ਹੈਲੋਜਨ ਬਾਹਰ ਹੋ ਜਾਏਗਾ, ਤੇ ਜੋ ਤੁਹਾਡਾ ਪ੍ਰੋਡਕਟ ਇੱਥੇ ਬਣੇਗਾ ਉਹ ਤੁਹਾਡਾ ਕੀ ਬਣੇਗਾ, ਇੱਥੇ ਈਥਰ। ਇੱਥੇ ਜੋ ਤੁਹਾਡਾ ਪ੍ਰੋਡਕਟ ਦੀ ਫਾਰਮੇਸ਼ਨ ਹੋਏਗੀ ਉਹ ਤੁਹਾਡੀ ਈਥਰ ਬਣੇਗੀ, ਕਿਉਂਕਿ ਜਿਸ ਤੇ ਆਪਾਂ ਅਟੈਕ ਕਰ ਰਹੇ ਹਾਂ ਉਸਦੇ ਕੋਲ ਬਹੁਤ ਸਾਰੀ ਜੋ ਪੋਜੀਸ਼ਨ ਹੈ ਉਹ ਵੇਕੈਂਟ ਪਈ ਹੈ, ਤਾਂ ਇੱਥੇ ਤੁਹਾਡਾ ਕੀ ਬਣ ਜਾਏਗਾ, ਰਿਕੁਆਇਰਡ ਈਥਰ। ਔਨ ਦਾ ਅਦਰ ਹੈਂਡ ਦੇਖੋ ਇੱਥੇ ਮੈਂ ਹੁਣ ਕੀ ਕਰਦਾ ਹਾਂ, ਤੁਹਾਡੇ ਅਲਕਾਈਲ ਹੈਲਾਈਡ ਨੂੰ ਟਰਸ਼ਰੀ ਬਣਾ ਦਿੰਦਾ ਹਾਂ ਤੇ ਜੋ ਤੁਹਾਡਾ ਐਲਕੋਕਸਾਈਡ ਹੈ ਉਸ ਨੂੰ ਮੈਂ ਕੀ ਕਰ ਦਿੰਦਾ, ਤੁਹਾਡਾ ਪ੍ਰਾਇਮਰੀ ਬਣਾ ਦਿੰਦਾ ਹਾਂ। ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਰਿਐਕਸ਼ਨ ਨੂੰ ਕਿ ਆਪਾਂ ਇੱਥੇ ਕੀ ਕੀਤਾ, ਹੁਣ ਜਿਸ ਤੇ ਆਪਣਾ ਅਟੈਕ ਹੋਣਾ ਹੈ ਉਸ ਨੂੰ ਆਪਾਂ ਕੀ ਕਰਤਾ, ਬਲਕੀ ਕਰਤਾ, ਸਟੈਰਿਕਲੀ ਕਲਾਊਡਡ ਕਰਤਾ। ਇਹ ਤੁਹਾਡਾ ਮੈਂ ਕਰਤਾ ਟਰਸ਼ਰੀ ਐਲਕਾਈਲ ਹੈਲਾਈਡ। ਹੁਣ ਜਿਸ ਤੇ ਅਟੈਕ ਹੋਣਾ ਹੈ ਉਸ ਨੂੰ ਮੈਂ ਕੀ ਕਰਤਾ, ਥੋੜਾ ਬਲਕੀ ਬਣਾਤਾ, ਤੇ ਜਿਸਨੇ ਅਟੈਕ ਕਰਨਾ ਹੈ ਉਸ ਨੂੰ ਮੈਂ ਕੀ ਬਣਾਤਾ, ਤੁਹਾਡਾ ਲੈਸ ਬਲਕੀ ਕਰਤਾ। ਇੱਥੇ ਮੈਂ ਤੁਹਾਡਾ ਇਸ ਨੂੰ ਕੀ ਕਰਤਾ, ਪ੍ਰਾਇਮਰੀ ਐਲਕਾਈਲ ਹੈਲਾਈਡ ਬਣਾਤਾ, ਦੈਟ ਇਜ਼ ਯੂਅਰ 1 ਡਿਗਰੀ ਐਲਕੋਕਸਾਈਡ। ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਜਿਸ ਕਾਰਬਨ ਤੇ ਤੁਹਾਡੇ ਐਲਕੋਕਸਾਈਡ ਨੇ ਅਟੈਕ ਕਰਨਾ ਹੈ ਉਹਦੇ ਨਾਲ ਦੇਖੋ ਤੁਹਾਡੇ ਤਿੰਨ ਤਿੰਨ ਮਿਥਾਈਲ ਗਰੁੱਪ ਨੇ ਸਟੈਰਿਕ ਬਲਕ ਕ੍ਰੀਏਟ ਕੀਤਾ ਹੋਇਆ ਹੈ। ਇਜ਼ ਇਟ ਪੋਸੀਬਲ ਕਿ ਇੱਥੇ ਤੁਹਾਡਾ ਜੋ ਕਾਰਬਨ ਤੇ ਜੋ ਤੁਹਾਡਾ ਐਲਕੋਕਸਾਈਡ ਗਰੁੱਪ ਹੈ ਉਸ ਤੇ ਅਟੈਕ ਕਰ ਸਕੇ? ਤਾਂ ਦੇਖੋ ਕਿਉਂਕਿ ਇੱਥੇ ਇਸ ਨੂੰ ਅਪਰੋਚ ਕਰਨਾ ਬੜਾ ਹੀ ਮੁਸ਼ਕਿਲ ਹੈ, ਤਾਂ ਇੱਥੇ ਕੀ ਹੋਏਗੀ, ਤੁਹਾਡੀ ਸਬਸਟੀਟਿਊਸ਼ਨ ਰਿਐਕਸ਼ਨ ਨਹੀਂ ਹੋਏਗੀ, ਇੱਥੇ ਕੀ ਹੋਏਗੀ, ਤੁਹਾਡੀ ਐਲੀਮੀਨੇਸ਼ਨ ਹੋ ਜਾਏਗੀ। ਕਿੱਦਾਂ ਕਿ ਜੋ ਨੈਗੇਟਿਵ ਚਾਰਜ ਹੈ, ਦੇਖੋ ਇਹ ਕੀ ਹੈ, ਹੁਣ ਲੈਸ ਬਲਕੀ ਹੈ, ਤੇ ਜਿਹੜਾ ਲੈਸ ਬਲਕੀ ਹੁੰਦਾ ਹੈ ਤੁਹਾਡਾ ਨਿਊਕਲੀਓਫਾਈਲ ਦੀ ਤਰ੍ਹਾਂ ਵੀ ਐਕਟ ਕਰ ਸਕਦਾ ਹੈ ਤੇ ਤੁਹਾਡਾ ਬੇਸ ਦੀ ਤਰ੍ਹਾਂ ਵੀ ਐਕਟ ਕਰੇਗਾ। ਤਾਂ ਇੱਥੇ ਹੁਣ ਕਿਉਂਕਿ ਜੋ ਤੁਹਾਡਾ ਐਲਕਾਈਲ ਹੈਲਾਈਡ ਤੁਸੀਂ ਲਿੱਤਾ ਹੈ ਉਹ ਬਹੁਤ ਹੀ ਜ਼ਿਆਦਾ ਬਲਕੀ ਹੋ ਗਿਆ ਹੈ, ਇਸ ਕਰਕੇ ਇੱਥੇ ਕਾਂਟ can't go by nucleophilic substitution reaction, ਤਾਂ ਇਹਦੇ ਕੋਲ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਨਹੀਂ ਹੋ ਸਕਦੀ। ਤਾਂ ਇੱਥੇ ਹੁਣ ਤੁਹਾਡਾ ਜੋ ਨਿਊਕਲੀਓਫਾਈਲ ਹੈ ਉਹ ਕਿਦਾਂ ਦਾ ਬਿਹੇਵ ਕਰੇਗਾ, ਤੁਹਾਡਾ ਐਜ਼ ਅ ਬੇਸ, ਤੇ ਬੇਸ ਦਾ ਕੰਮ ਕੀ ਹੁੰਦਾ ਹੈ, ਪ੍ਰੋਟੋਨ ਨੂੰ ਲੈ ਕੇ ਜਾਣਾ। ਤਾਂ ਆਹ ਨੈਗੇਟਿਵ ਚਾਰਜ ਆਏਗਾ, ਇਸ ਪ੍ਰੋਟੋਨ ਨੂੰ ਇਸ ਤਰ੍ਹਾਂ ਲੈ ਜਾਏਗਾ ਤੇ ਆਹ ਵਾਲਾ ਜੋ ਤੁਹਾਡਾ ਬੌਂਡ ਹੈ ਇਸ ਤਰ੍ਹਾਂ ਸ਼ਿਫਟ ਕਰੇਗਾ ਤੇ ਜੋ ਤੁਹਾਡਾ ਹੈਲੋਜਨ ਹੈ ਉਹ ਏਦਾਂ ਰਿਮੂਵ ਹੋ ਜਾਏਗਾ। ਸੋ ਦੈਟ ਮੀਨਸ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਸਬਸਟੀਟਿਊਟਡ ਪ੍ਰੋਡਕਟ ਬਣਨ ਦੀ ਬਜਾਏ ਇੱਥੇ ਕੀ ਬਣੇਗਾ, ਦੇਖੋ ਜਦੋਂ ਕਾਰਬਨ ਆਹ ਬੌਂਡ ਸ਼ਿਫਟ ਹੋਇਆ ਤੇ ਇੱਥੇ ਕਾਰਬਨ ਕਾਰਬਨ ਵਿੱਚ ਕੀ ਆ ਗਿਆ, ਡਬਲ ਬੌਂਡ, ਤਾਂ ਇੱਥੇ ਤੁਹਾਡਾ ਪ੍ਰੋਡਕਟ ਕੀ ਬਣ ਗਿਆ, ਐਲੀਮੀਨੇਟਡ ਪ੍ਰੋਡਕਟ ਬਣ ਗਿਆ, ਜਿਸ ਦਾ ਨਾਮ ਕੀ ਹੁੰਦਾ ਹੈ, ਤੁਹਾਡਾ ਆਈਸੋਬਿਊਟਾਈਲੀਨ, ਆਈਸੋਬਿਊਟਾਈਲੀਨ। ਸੋ ਦੈਟ ਮੀਨਸ ਇੱਥੇ ਤੁਹਾਡਾ ਜਦੋਂ ਪ੍ਰੈਜ਼ੈਂਸ ਆਫ ਟਰਸ਼ਰੀ ਐਲਕਾਈਲ ਹੈਲਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਸ਼ਨ ਕੀ ਹੋਗੀ, ਤੁਹਾਡੀ ਐਲੀਮੀਨੇਸ਼ਨ ਰਿਐਕਸ਼ਨ ਹੋ ਰਹੀ ਹੈ ਇੱਥੇ, ਨਾ ਕਿ ਤੁਹਾਡੀ ਸਬਸਟੀਟਿਊਸ਼ਨ ਹੋ ਰਹੀ ਹੈ। ਸੋ ਦੇਖੋ ਇਸ ਤਰ੍ਹਾਂ ਤੁਹਾਡੇ ਜੋ ਸਬਸਟ੍ਰੇਟ ਹੈ ਜਾਂ ਰੀਜੈਂਟ ਹੈ ਉਸਦੀ ਬਲਕੀਨੈਸ ਜਾਂ ਉਸਦਾ ਨੇਚਰ ਇਸ ਤਰ੍ਹਾਂ ਤੁਹਾਡੀ ਰਿਐਕਸ਼ਨ ਤੇ ਇਫੈਕਟ ਕਰਦਾ ਹੈ। ਥਰਡ ਰਿਐਕਸ਼ਨ ਲਿਖੋ, ਫਾਰਮੇਸ਼ਨ ਆਫ ਅਲਕਾਈਲ ਸਾਈਨਾਈਡ। ਥਰਡ ਲਿਖ ਸਕਦੇ ਹੋ ਤੁਸੀਂ,
formation of alkyl cyanides ni alkyl cyanides ਦਾ ਮਤਲਬ ਆਪਾਂ ਇੱਥੇ CN ਗਰੁੱਪ ਨੂੰ ਇੰਟਰੋਡਿਊਸ ਕਰਵਾਉਣਾ ਹੈ ਤਾਂ CN ਗਰੁੱਪ ਮਤਲਬ CN ਨੈਗੇਟਿਵ ਨੇ ਅਟੈਕ ਕਰਨਾ ਹੋਏਗਾ ਤਾਂ ਇਸ ਦੇ ਲਈ ਆਪਾਂ ਕੀ ਲਵਾਂਗੇ ਇੱਥੇ aqueous KCN aqueous KCN ਮਤਲਬ K ਤੇ ਪੋਜ਼ਿਟਿਵ ਚਾਰਜ CN ਤੇ ਨੈਗੇਟਿਵ ਚਾਰਜ so that will act as your nucleophile ਦੇਖੋ ਹੁਣ ਧਿਆਨ ਰੱਖਣ ਵਾਲੀ ਗੱਲ ਕੀ ਹੈ ਜੋ ਤੁਹਾਡਾ ਸਾइनाइड ਹੈ CN ਨੈਗੇਟਿਵ ਹੈ ਉਹਦਾ ਸਟਰਕਚਰ ਕੀ ਹੈ ਤੁਹਾਡਾ C ट्रिपल बॉन्ड नाइट्रोजन ਤੇ ਜੋ 네ਗੇਟਿਵ ਚਾਰਜ ਹੈ that is on the carbon so that means ਜੋ ਇੱਥੇ ਅਟੈਕ ਕਰ ਰਿਹਾ ਹੈ ਨਿਊਕਲੀਓਫਾਈਲ ਉਹ ਤੁਹਾਡਾ ਕਾਰਬਨ ਦੇ ਨਾਲ ਅਟੈਕ ਕਰਦਾ ਹੈ so that means ਜੋ ਤੁਹਾਡਾ ਤੇ R ਪਾਰਟ ਹੈ ਉਹਦੇ ਨਾਲ ਅਟੈਚ ਕੌਣ ਹੋਊਗਾ ਤੁਹਾਡਾ ਕਾਰਬਨ ਕੌਣ ਅਟੈਚ ਹੋਏਗਾ ਤੁਹਾਡਾ ਕਾਰਬਨ ਜਿਸ ਨੂੰ ਆਪਾਂ ਅਲਕਾਈਲ ਸੈਨਾਈਡ ਬੋਲਦੇ ਹਾਂ ਜਾਂ ਅਗਰ ਤੁਸੀਂ ਇਸ ਦਾ IUPAC ਨੇਮ ਚ ਲਿਖੋਗੇ ਤਾਂ ਇਸ ਨੂੰ ਆਪਾਂ ਬੋਲਦੇ ਹਾਂ ਐਲਕੇਨ ਨਾਈਟ੍ਰਾਈਲ ਐਲਕੇਨ ਨਾਈਟ੍ਰਾਈਲ ਤੇ ਜੋ ਤੁਹਾਡਾ ਸਾਈਡ ਪ੍ਰੋਡਕਟ ਕੀ ਬਣ ਜਾਏਗਾ K ਪੋਜ਼ਿਟਿਵ X ਨੈਗੇਟਿਵ ਅੱਛਾ ਇੱਕ ਇੰਪੋਰਟੈਂਟ ਪੁਆਇੰਟ ਹੋਰ ਜੋ ਤੁਹਾਨੂੰ ਮੈਂ ਸਾइनाइड ਦਾ ਦੇਖੋ ਤੇ ਸਟਰਕਚਰ ਦੱਸਿਆ ਹੈ ਆ ਹੈ ਨਾ ਇੱਥੇ ਕਾਰਬਨ ਤੇ 네ਗੇਟਿਵ ਚਾਰਜ ਹੈ ਤੇ ਨਾਈਟ੍ਰੋਜਨ ਤੇ ਲੋਨ ਪੇਅਰ ਵੀ ਹੈ ਤਾਂ ਦੋਨਾਂ ਵਿੱਚੋਂ ਕਾਰਬਨ ਹੀ ਕਿਉਂ ਅਟੈਕ ਕਰ ਰਿਹਾ ਹੈ ਕਿ ਸਾਡੇ ਉੱਪਰ 네ਗੇਟਿਵ ਚਾਰਜ ਹੋਵੇ ਤਾਂ ਦੇਖੋ ਕੀ ਹੈ ਆਪਾਂ ਨੂੰ ਪਤਾ ਹੈ ਜਿਸ ਸਿਸਟਮ ਤੇ ਵੀ ਤੁਹਾਡਾ ਚਾਰਜ ਹੋਏਗਾ ਆਈਦਰ ਤੁਹਾਡਾ ਪੋਜ਼ਿਟਿਵ ਚਾਰਜ ਜਾਂ ਆਈਦਰ ਤੁਹਾਡਾ 네ਗੇਟਿਵ ਚਾਰਜ ਉਹ ਸਿਸਟਮ ਕੀ ਹੁੰਦਾ ਹੈ ਅਨਸਟੇਬਲ ਤੇ ਆਪਣੇ ਚਾਰਜ ਨੂੰ ਡਿਸਪਰਸ ਕਰਨ ਦੀ ਜਾਂ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਵੈਸੇ ਆਪਾਂ ਕੰਪੇਅਰ ਕਰੀਏ ਹੈ ਨਾ ਕਿਉਂਕਿ ਇੱਥੇ ਕਾਰਬਨ ਤੇ 네ਗੇਟਿਵ ਚਾਰਜ ਹੈ ਤਾਂ ਕਰਕੇ ਕਾਰਬਨ ਸਭ ਤੋਂ ਪਹਿਲਾਂ ਕੋਸ਼ਿਸ਼ ਕਰੇਗਾ ਕਿ ਉਹ ਆਪਣੇ 네ਗੇਟਿਵ ਚਾਰਜ ਨੂੰ ਨਿਊਟਰਲਾਈਜ਼ ਕਰ ਸਕੇ ਜਾਂ ਆਪਣੇ ਚਾਰਜ ਨੂੰ ਘੱਟ ਕਰ ਸਕੇ ਦੇਖੋ ਨਾਈਟ੍ਰੋਜਨ ਕਿਉਂ ਨਹੀਂ ਅਟੈਕ ਕਰ ਰਿਹਾ ਕਿਉਂਕਿ ਦੇਖੋ ਨਾਈਟ੍ਰੋਜਨ ਕੋਲ ਨੋ ਡਾਊਟ ਕਿ ਲੋਨ ਪੇਅਰ ਪਏ ਨੇ ਬਟ ਇਹਦੇ ਉੱਪਰ ਕੋਈ ਚਾਰਜ ਪ੍ਰੈਜ਼ੈਂਟ ਨਹੀਂ ਆ ਕਿ ਜੋ ਨਾਈਟ੍ਰੋਜਨ ਨੂੰ ਇੱਥੇ ਕੰਪਲਸ਼ਨ ਹੈ ਕਿ ਇਲੈਕਟ੍ਰੋਨ ਡੋਨੇਟ ਕਰੇ ਬਟ ਕਾਰਬਨ ਉੱਪਰ 네ਗੇਟਿਵ ਚਾਰਜ ਪ੍ਰੈਜ਼ੈਂਟ ਹੋਣ ਕਰਕੇ ਕਾਰਬਨ ਦੀ ਇਹ ਚੀਜ਼ ਕੰਪਲਸ਼ਨ ਹੋ ਗਈ ਆ ਕਿ ਉਹ ਛੇਤੀ ਤੋਂ ਛੇਤੀ ਆਪਣੇ ਇਲੈਕਟ੍ਰੋਨ ਨੂੰ ਡੋਨੇਟ ਕਰੇ ਤੇ ਸਟੇਬਲ ਹੋਵੇ ਕਿਉਂਕਿ ਅਗਰ ਕਾਰਬਨ ਤੇ 네ਗੇਟਿਵ ਚਾਰਜ ਰਹਿੰਦਾ ਹੈ ਤਾਂ ਉਹ ਕੀ ਹੋਏਗਾ ਅਨਸਟੇਬਲ ਕਿਸੇ ਵੀ ਸਪੀਸੀਜ਼ ਤੇ ਅਗਰ ਚਾਹੇ ਪੋਜ਼ਿਟਿਵ ਚਾਰਜ ਹੈ ਅਗਰ 네ਗੇਟਿਵ ਚਾਰਜ ਹੈ ਉਹ ਤੁਹਾਡੇ ਅਨਸਟੇਬਲ ਹੁੰਦੇ ਨੇ as compared to those substances ਜਾਂ compounds ਜਿਨ੍ਹਾਂ ਤੇ ਚਾਰजेस ਪ੍ਰੈਜ਼ੈਂਟ ਨਹੀਂ ਹੁੰਦੇ ਤਾਂ ਪਹਿਲੀ ਪਿਓਰਿਟੀ ਆਪਾਂ ਕਿਹਨਾਂ ਨੂੰ ਦੇਣੀ ਹੈ ਜਿਨ੍ਹਾਂ ਤੇ ਤੁਹਾਡੇ ਚਾਰਜ ਪ੍ਰੈਜ਼ੈਂਟ ਹੁੰਦਾ ਹੈ that are better nucleophile as compared to that are having only lone pairs ਨੈਕਸਟ ਲਿਖੋ ਦੇਖੋ ਹੁਣ ਜੋ ਤੁਹਾਡਾ ਇੱਥੇ ਸਾइनाइड ਬਣਿਆ ਹੈ ਸਾइनाइड ਦੀਆਂ ਨਾ ਕੁਝ ਪ੍ਰੋਪਰਟੀਆਂ ਹੁੰਦੀਆਂ ਨੇ ਮੈਂ ਕੁਝ ਪੁਆਇੰਟਸ ਸਾइनाइड ਬਾਰੇ ਦੱਸਦਾ ਹਾਂ ਤੇ ਕਿ ਦੇਖੋ ਜੋ ਤੁਹਾਡਾ ਇੱਥੇ साइनाइड ਬਣਿਆ ਹੈ ਤਾਂ ਅਗਰ ਤੁਸੀਂ साइनाइड ਦੀ ਇੱਥੇ ਪਾਰਸ਼ੀਅਲ ਹਾਈਡਰੋਲਿਸਿਸ ਕੀਤੀ ਇੱਥੇ साइनाइड ਦੀ ਕੀਤੀ ਪਾਰਸ਼ੀਅਲ ਹਾਈਡਰੋਲਿਸਿਸ ਤਾਂ साइनाइड ਕਾਦੇ ਵਿੱਚ ਕਨਵਰਟ ਹੁੰਦਾ ਹੈ ਤੁਹਾਡੇ ਅਮਾਈਡ ਦੇ ਵਿੱਚ ਕਾਦੇ ਵਿੱਚ ਕਨਵਰਟ ਹੋ ਜਾਏਗਾ ਤੁਹਾਡੇ ਅਮਾਈਡ ਦੇ ਵਿੱਚ ਤਾਂ ਜੋ ਤੁਹਾਡਾ ਇੱਥੇ ਅਮਾਈਡ ਬਣਿਆ ਹੈ ਅਗਰ ਤੁਸੀਂ ਉਸਦੀ ਫਰਦਰ ਹਾਈਡਰੋਲਿਸਿਸ ਕਰੋਗੇ ਤਾਂ ਉਹ ਕਾਦੇ ਵਿੱਚ ਕਨਵਰਟ ਹੋ ਜਾਊਗਾ ਤੁਹਾਡੇ ਐਸਿਡ ਦੇ ਵਿੱਚ ਸੋ ਦੈਟ ਮੀਨਸ ਤੁਹਾਡੇ ਜੋ ਸਾइनाइड ਹੈ साइनाइड ਨੂੰ ਤੁਸੀਂ ਈਜ਼ੀਲੀ ਕਨਵਰਟ ਕਰ ਸਕਦੇ ਹੋ ਤੁਹਾਡੇ ਐਸਿਡਿਕ ਪਾਰਟ ਦੇ ਵਿੱਚ ਔਨ ਕੰਪਲੀਟ ਹਾਈਡਰੋਲਿਸਿਸ ਕੰਪਲੀਟ ਹਾਈਡਰੋਲਿਸਿਸ ਦਾ ਇੱਥੇ ਮੇਰਾ ਮਤਲਬ ਕੀ ਹੈ ਕਿ ਇੱਥੇ ਤੁਹਾਨੂੰ 2 ਮੋਲ ਵਾਟਰ ਦੀ ਰਿਕੁਆਇਰਮੈਂਟ ਹੋਏਗੀ ਅਗਰ ਤੁਸੀਂ ਉੱਥੇ ਸਿਰਫ 1 ਮੋਲ ਵਾਟਰ ਲੈਣੇ ਹੋ ਪਹਿਲਾਂ ਉਹ ਕਾਦੇ ਵਿੱਚ ਕਨਵਰਟ ਹੋਏਗਾ ਤੁਹਾਡੇ ਅਮਾਈਡ ਗਰੁੱਪ ਦੇ ਵਿੱਚ ਐਂਡ ਅਮਾਈਡ ਨੂੰ ਅਗਰ ਤੁਸੀਂ ਫਰਦਰ ਹਾਈਡਰੋਲਿਸਿਸ ਕਰੋਗੇ ਤਾਂ ਉਹ ਕਾਦੇ ਵਿੱਚ ਕਨਵਰਟ ਹੋਏਗਾ ਤੁਹਾਡੇ ਐਸਿਡਿਕ ਪਾਰਟ ਦੇ ਵਿੱਚ ਠੀਕ ਹੈ ਦੈਟ ਇਜ਼ ਦਾ ਫਰਸਟ ਸੈਕਿੰਡ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਜੋ ਤੁਹਾਡਾ ਸਾइनाइड ਹੁੰਦਾ ਹੈ ਜੋ ਤੁਹਾਡਾ साइनाइड ਹੈ ਅਗਰ ਤੁਸੀਂ ਉਸ ਦੀ ਰਿਐਕਸ਼ਨ ਸੋਡੀਅਮ ਇਨ ਦਾ ਪ੍ਰੈਜ਼ੈਂਟ ਆਫ ਇਥੇਨੋਲ ਕਰਦੇ ਹੋ ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਮੈਂਡੀਅਸ ਰੀਜਨ ਤੇ ਇਹ ਕੀ ਹੁੰਦਾ ਹੈ ਤੁਹਾਡਾ ਕਿਉਂਕਿ ਸੋਡੀਅਮ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ ਆਕਸੀਡੇਸ਼ਨ ਹੋ ਜਾਂਦੀ ਹੈ ਇੱਕ ਇਲੈਕਟ੍ਰੋਨ ਨੂੰ ਲੋਸ ਕਰ ਦਿੰਦਾ ਹੈ ਤਾਂ ਇਹ ਆਪਣੀ ਕੀ ਕਰਦੇ ਨੇ ਲੋਸ ਆਫ ਇਲੈਕਟ੍ਰੋਨ ਮਤਲਬ ਆਕਸੀਡੇਸ਼ਨ ਤਾਂ ਇਹ ਤੁਹਾਡਾ ਕੀ ਬਿਹੇਵ ਕਰਦਾ ਹੈ ਐਜ਼ ਅ ਰਿਡਿਊਸਿੰਗ ਏਜੰਟ ਤਾਂ ਜੋ ਤੁਹਾਡਾ ਸਾइनाइड ਹੈ ਇਸ ਨੂੰ ਕਾਦੇ ਵਿੱਚ ਕਨਵਰਟ ਕਰ ਦਿੰਦਾ ਹੈ ਤੁਹਾਡੇ ਅਮਾਈਨ ਪਾਰਟ ਦੇ ਵਿੱਚ ਕਨਵਰਟ ਕਰ ਦਿੰਦਾ ਹੈ ਬਿਕੋਜ਼ ਜੋ ਤੁਹਾਡਾ ਤੇ ਸੋਡੀਅਮ in the presence of ethanol ਹੈ that is your strong reducing agent reducing agent ਦਾ ਮਤਲਬ ਦੂਸਰੇ ਨੂੰ reduce ਕਰਨਾ ਹੈ ਖੁਦ ਆਕਸੀਡਾਈਜ਼ ਹੋਣਾ ਹੈ ਦੂਸਰੇ ਨੂੰ reduce ਕਰਨ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਕੀ ਕਰੇਗਾ addition of hydrogen
ਤਾਂ ਇਹ ਡਬਲ ਬੌਂਡ ਨੂੰ ਤੋੜ ਕੇ ਦੋਨੋਂ ਸਾਈਡ ਕਾਰਬਨ ਤੇ ਨਾਈਟ੍ਰੋਜਨ ਦੇ ਦੋਨੋਂ ਸਾਈਡ ਕੀ ਪ੍ਰੋਵਾਈਡ ਕਰ ਦਿੰਦਾ ਹੈ, ਹਾਈਡਰੋਜਨ। ਤਾਂ ਇੱਥੇ ਜਦੋਂ ਤੁਸੀਂ ਸਾਇਨਾਈਡ ਦੀ ਕੀ ਕਰਦੇ ਹੋ, ਰਿਡਕਸ਼ਨ ਕਰਦੇ ਹੋ, ਤਾਂ ਤੁਹਾਡੇ ਕੋਲ ਪ੍ਰੋਡਕਟ ਕੀ ਬਣਦਾ ਹੈ, ਤੁਹਾਡਾ ਅਮਾਈਨ। ਪ੍ਰੋਡਕਟ ਕੀ ਬਣਦਾ ਹੈ ਤੁਹਾਡਾ, ਅਮਾਈਨ। ਨੈਕਸਟ ਲਿਖੋ formation of alkyl isocyanide, formation of alkyl isocyanide, formation of alkyl isocyanide, alkyl isocyanide। ਆਈਸੋਸਾइनाइड ਦਾ ਮਤਲਬ ਕੀ ਹੈ, ਹੁਣ ਇੱਥੇ ਜੋ ਬੌਂਡ ਬਣੇਗਾ ਹਨਾ, ਉੱਥੇ ਹੁਣ ਜੋ ਅਟੈਕਿੰਗ ਤੁਹਾਡਾ ਜੋ ਐਟਮ ਹੈ ਉਹ ਤੁਹਾਡਾ ਨਾਈਟ੍ਰੋਜਨ ਹੋਏਗਾ। ਮਤਲਬ ਜੋ ਤੁਹਾਡਾ ਅਲਕਾਈਲ ਪਾਰਟ ਹੈ, ਹੁਣ ਉਹ ਤੁਹਾਡੇ ਕਾਰਬਨ ਦੇ ਨਾਲ ਕੰਟੈਕਟ ਡਾਇਰੈਕਟਲੀ ਬੌਂਡ ਨਾ ਬਣਾ ਕੇ ਨਾਈਟ੍ਰੋਜਨ ਦੇ ਨਾਲ ਬਣਾਏਗਾ। ਤਾਂ ਦੇਖੋ ਹੁਣ ਇਹਦੇ ਵਿੱਚ ਆਪਾਂ ਯੂਜ਼ ਕੀ ਕਰਦੇ ਹਾਂ ਇੱਥੇ, ਅਲਕਾਈਲ ਹੈਲਾਈਡ ਦੀ ਰਿਐਕਸ਼ਨ ਜਦੋਂ ਤੁਸੀਂ ਤੁਹਾਡੇ AgCN ਦੇ ਨਾਲ ਕਰਦੇ ਹੋ, ਤਾਂ ਇੱਥੇ ਤੁਹਾਡਾ ਜੋ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ, ਤੁਹਾਡਾ ਇੱਥੇ ਆਈਸੋਨਾਈਟ੍ਰਾਈਲ ਬਣਦਾ ਹੈ ਤੇ ਸਾਈਡ ਪ੍ਰੋਡਕਟ ਕੀ ਬਣਦਾ ਤੁਹਾਡਾ AgX। ਹੁਣ ਦੇਖੋ ਤੇ ਰੀਜ਼ਨ ਸਮਝਦੇ ਹਾਂ ਕਿ ਹੁਣ ਇੱਥੇ ਨਾਈਟ੍ਰੋਜਨ ਕਿਉਂ ਅਟੈਕ ਕਰ ਰਿਹਾ ਹੈ ਐਸ ਕੰਪੇਅਰ ਟੂ ਯੂਅਰ ਕਾਰਬਨ। ਤਾਂ ਧਿਆਨ ਨਾਲ ਸਮਝੋ, ਦੇਖੋ ਜੋ ਤੁਹਾਡਾ AgCN ਹੈ, AgCN ਦਾ ਤੇ ਸਟਰਕਚਰ ਕੀ ਹੈ ਤੁਹਾਡਾ, Ag ਤੇ ਕਾਰਬਨ ਦਾ ਜੋ ਇੱਥੇ ਬੌਂਡ ਹੈ ਉਹ ਕਿਦਾਂ ਦਾ ਹੈ ਤੁਹਾਡਾ, ਕੋਵੈਲੈਂਟ ਬੌਂਡ ਹੈ। ਤੇ ਕੋਵੈਲੈਂਟ ਬੌਂਡ ਤੁਹਾਡਾ ਤੋੜਨਾ ਮੁਸ਼ਕਿਲ ਹੁੰਦਾ ਹੈ, ਤਾਂ ਕਰਕੇ ਇੱਥੇ ਤੁਹਾਡਾ Ag ਪੋਜ਼ਿਟਿਵ ਤੇ C ਦੇ ਉੱਪਰ ਨੈਗੇਟਿਵ ਚਾਰਜ ਪ੍ਰੈਜ਼ੈਂਟ ਨਹੀਂ ਹੈ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਾਰਬਨ ਉੱਪਰ ਨਾ ਤਾਂ ਕੋਈ ਨੈਗੇਟਿਵ ਚਾਰਜ ਹੈ ਇੱਥੇ, ਤੇ ਨਾ ਹੀ ਕਾਰਬਨ ਉੱਤੇ ਕੋਈ ਲੋਨ ਪੇਅਰ ਹੈ। ਸੋ ਦੇਅਰਫੋਰ ਇੱਥੇ ਜੋ ਤੁਹਾਡਾ ਕਾਰਬਨ ਹੈ ਉਹ ਇਲੈਕਟ੍ਰੋਫਾਈਲ ਦੀ ਤਰ੍ਹਾਂ ਬਿਹੇਵ ਨਹੀਂ ਕਰ, ਸੌਰੀ ਇਲੈਕਟ੍ਰੋਫਾਈਲ ਬੋਲ ਰਿਹਾ ਹਾਂ, ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਨਹੀਂ ਕਰ ਸਕਦਾ। ਤਾਂ ਇੱਥੇ ਜੋ ਤੁਹਾਡਾ ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਕਰਨ ਲਈ ਜੋ ਸਪੀਸ਼ੀਜ਼ ਸਿਰਫ ਤੇ ਸਿਰਫ ਪ੍ਰੈਜ਼ੈਂਟ ਹੈ, ਉਹ ਸਿਰਫ ਨਾਈਟ੍ਰੋਜਨ ਪ੍ਰੈਜ਼ੈਂਟ ਹੈ, ਜਿਸ ਦੇ ਜੋ ਨਾਈਟ੍ਰੋਜਨ ਦੇ ਲੋਨ ਪੇਅਰ ਨੇ ਉਹ ਤੁਹਾਡੇ ਅਲਕਾਈਲ ਹੈਲਾਈਡ ਦੇ ਕਾਰਬਨ ਤੇ ਅਟੈਕ ਕਰਨਗੇ ਤੇ ਤੁਹਾਡੇ ਹੈਲੋਜਨ ਨੂੰ ਰਿਮੂਵ ਕਰ ਦੇਣਗੇ। ਕਿਉਂਕਿ ਇੱਥੇ ਦੇਖ ਸਕਦੇ ਹੋ ਕਿ ਜੋ ਤੁਹਾਡਾ ਅਲਕਾਈਲ ਪਾਰਟ ਹੈ ਉਸ ਦੇ ਨਾਲ ਜੋ ਬੌਂਡ ਹੈ ਉਹ ਤੁਹਾਡਾ ਨਾਈਟ੍ਰੋਜਨ ਬਣਾਉਂਦਾ ਹੈ, ਤਾਂ ਕਰਕੇ ਇੱਥੇ ਅਲਟੀਮੇਟ ਜੋ ਪ੍ਰੋਡਕਟ ਬਣਦਾ ਹੈ ਉਹ ਤੁਹਾਡਾ ਕੀ ਬਣਦਾ ਹੈ ਇੱਥੇ, ਅਲਕਾਈਲ ਆਈਸੋਨਾਈਟ੍ਰਾਈਲ, ਅਲਕਾਈਲ ਆਈਸੋਨਾਈਟ੍ਰਾਈਲ। ਤਾਂ ਇਹ ਚੀਜ਼ ਤੁਸੀਂ ਧਿਆਨ ਨਾਲ ਰੱਖਣੀ ਹੈ। ਜਦ ਕਿ ਜਦੋਂ ਤੁਸੀਂ ਉੱਥੇ KCN ਲਿੱਤਾ ਸੀ, KCN ਦੇ ਵਿੱਚ ਕੀ ਹੁੰਦਾ ਹੈ, ਆਇਨਿਕ ਬੌਂਡ ਹੈ, K ਪੋਜ਼ਿਟਿਵ ਚਾਰਜ ਹੈ ਤੇ ਸਾਇਨਾਈਡ ਕਰਕੇ ਕਾਰਬਨ ਤੇ ਨੈਗੇਟਿਵ ਚਾਰਜ ਸੀ, ਤਾਂ ਕਰਕੇ ਇੱਥੇ ਕਾਰਬਨ ਐਜ਼ ਅ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰ ਰਿਹਾ ਸੀ। ਬਟ ਇੱਥੇ ਜੋ ਥੋੜਾ ਸਿਲਵਰ ਤੇ ਕਾਰਬਨ ਦਾ ਬੌਂਡ ਹੈ ਉਹ ਥੋੜਾ ਕੋਵੈਲੈਂਟ ਬੌਂਡ ਹੋਣ ਕਰਕੇ ਕਾਰਬਨ ਉੱਪਰ ਕਿਸੇ ਵੀ ਤਰ੍ਹਾਂ ਦਾ ਨੈਗੇਟਿਵ ਚਾਰਜ ਪ੍ਰੈਜ਼ੈਂਟ ਨਹੀਂ ਹੈ ਤੇ ਨਾ ਹੀ ਇੱਥੇ ਕਾਰਬਨ ਕੋਲ ਕੋਈ ਲੋਨ ਪੇਅਰ ਪ੍ਰੈਜ਼ੈਂਟ ਹੈ, ਤਾਂ ਕਿ ਇਹ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰ ਸਕੇ। ਤਾਂ ਕਰਕੇ ਇੱਥੇ ਜੋ ਤੁਹਾਡਾ ਨਾਈਟ੍ਰੋਜਨ ਹੈ that will behave as a nucleophile। ਸਿਮਿਲਰਲੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਆਪਾਂ ਹੁਣੇ ਪਿੱਛੇ ਕਰਕੇ ਹਟੇ ਹਾਂ ਕਿ ਜਦੋਂ ਤੁਹਾਡਾ ਸਾਇਨਾਈਡ ਹੈ, ਸਾਇਨਾਈਡ ਦੀ ਜਦੋਂ ਤੁਸੀਂ ਰਿਡਕਸ਼ਨ ਕਰਦੇ ਹੋ ਮੈਂਡੀਅਸ ਰੀਜਨ ਦੇ ਨਾਲ, ਤਾਂ ਤੁਹਾਡੇ ਕੋਲ ਕੀ ਬਣਦਾ ਹੈ, ਤੁਹਾਡਾ ਅਮੀਨ ਬਣਦਾ ਹੈ। ਤਾਂ ਇੱਥੇ ਵੀ ਅਗਰ ਤੁਸੀਂ ਆਈਸੋਨਾਈਟ੍ਰਾਈਲ ਦੀ ਰਿਡਕਸ਼ਨ ਕਰੋਗੇ ਤਾਂ ਇੱਥੇ ਤੁਹਾਡੇ ਕੋਲ ਕੀ ਬਣੇਗਾ, ਪ੍ਰਾਇਮਰੀ ਅਮੀਨ ਬਣਨ ਦੀ ਬਜਾਏ ਇੱਥੇ ਤੁਹਾਡੇ ਕੋਲ ਕੀ ਬਣੇਗਾ, ਤੁਹਾਡੇ ਕੋਲ ਸੈਕੰਡਰੀ ਅਮਾਈਨ, ਸੈਕੰਡਰੀ ਅਮਾਈਨ ਦੀ ਫਾਰਮੇਸ਼ਨ ਹੋਏਗੀ। नेक्स्ट रिएक्शन लिखो, फॉर्मेशन ऑफ एल्काइल नाइट्राइट, एल्काइल नाइट्राइट्स। ਤਾਂ ਦੇਖੋ ਹੁਣ ਇਹਦੇ ਵਿੱਚ ਕੀ ਹੈ, ਨਾਈਟ੍ਰਾਈਟਸ ਮਤਲਬ ਜੋ ਤੁਹਾਡਾ NO2, R ਨਾ ਇੱਕ ਹੁੰਦਾ ਹੈ ਨਾਈਟ੍ਰੋ ਗਰੁੱਪ ਹੁੰਦਾ ਹੈ, ਇੱਕ ਤੋਂ ਹੁੰਦਾ ਨਾਈਟ੍ਰਾਈਟਸ। ਤਾਂ ਇੱਥੇ ਜੋ ਤੁਹਾਡੀ ਬੌਂਡਿੰਗ ਹੋਏਗੀ ਉਹ ਤੁਹਾਡੇ ਕਾਹਦੇ ਨਾਲ ਹੋਏਗੀ, ਤੁਹਾਡੀ ਆਕਸੀਜਨ ਦੇ ਨਾਲ। ਦੇਖੋ ਹੁਣ ਕਿਉਂ, ਇਹ ਵੀ ਆਪਾਂ ਸਮਝਦੇ ਹਾਂ। ਮੰਨ ਲਓ ਤੁਹਾਡਾ ਅਲਕਾਈਲ ਹੈਲਾਈਡ ਹੈ ਤੇ ਇਸ ਦੀ ਰਿਐਕਸ਼ਨ ਅਗਰ ਤੁਸੀਂ KNO2 ਦੇ ਨਾਲ ਕਰਦੇ ਹੋ, ਜਿਹਦੇ ਵਿੱਚ K ਤੇ ਪੋਟਾਸ਼ੀਅਮ ਤੇ ਪੋਜ਼ਿਟਿਵ ਚਾਰਜ ਤੇ ਜੋ ਤੁਹਾਡਾ NO2 ਹੈ ਉਸ ਤੇ ਨੈਗੇਟਿਵ ਚਾਰਜ ਹੋਏਗਾ, ਤਾਂ ਇੱਥੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ, ਤੁਹਾਡਾ ਅਲਕਾਈਲ ਨਾਈਟ੍ਰਾਈਟ। ਹੁਣ ਦੇਖੋ ਇਹ ਤਾਂ ਹੀ ਸਮਝ ਆਏਗਾ ਕਿ ਇੱਥੇ ਆਕਸੀਜਨ ਨਾਲ ਬੌਂਡਿੰਗ ਕਿਉਂ ਹੋ ਰਹੀ ਹੈ, ਅਗਰ ਤੁਹਾਨੂੰ ਇਸ ਦਾ ਸਟਰਕਚਰ ਪਤਾ ਹੈ। ਤਾਂ ਪਹਿਲਾਂ ਆਪਾਂ ਨਾਈਟ੍ਰਾਈਟ ਦਾ ਸਟਰਕਚਰ ਬਣਾਉਂਦੇ ਹਾਂ। ਤਾਂ ਦੇਖੋ ਨਾਈਟ੍ਰਾਈਟ ਦਾ ਸਟਰਕਚਰ ਕੀ ਹੋਏਗਾ, ਇੱਥੇ ਤੁਹਾਨੂੰ ਪਤਾ ਹੈ ਜੋ ਤੁਹਾਡਾ ਨਾਈਟ੍ਰਿਕ ਐਸਿਡ ਹੁੰਦਾ ਹੈ ਉਹਦਾ ਸਟਰਕਚਰ ਕੀ ਹੁੰਦਾ ਹੈ, HNO3 ਹੈ ਫਾਰਮੂਲਾ। ਉਹਦਾ ਸਟਰਕਚਰ ਕੀ ਹੁੰਦਾ ਹੈ, OH N ਡਬਲ ਬੌਂਡ ਆਕਸੀਜਨ ਤੇ ਇੱਕ ਕੋਆਰਡੀਨੇਟ ਬੌਂਡ ਹੁੰਦਾ ਹੈ ਆਕਸੀਜਨ ਦੇ ਨਾਲ। ਤਾਂ ਅਗਰ ਆਪਾਂ ਇੱਥੋਂ ਕਿ ਜੋ ਤੁਹਾਡੇ ਇਹ ਨਾਈਟ੍ਰਿਕ ਐਸਿਡ ਹੈ ਤੇ HNO2 ਕੀ ਹੁੰਦਾ ਹੈ, ਨਾਈਟਰਸ ਐਸਿਡ। ਇਸ ਦਾ ਸਟਰਕਚਰ ਕੀ ਹੁੰਦਾ ਹੈ ਤੁਹਾਡਾ HO
ਸਿੰਗਲ ਬੌਂਡ ਨਾਈਟ੍ਰੋਜਨ, ਡਬਲ ਬੌਂਡ ਆਕਸੀਜਨ। ਤਾਂ ਅਗਰ ਆਪਾਂ ਨਾਈਟ੍ਰਾਈਟ ਬਣਾਉਣਾ ਹੈ ਤਾਂ ਆਪਾਂ ਇੱਥੋਂ ਇੱਕ ਹਾਈਡਰੋਜਨ ਨੂੰ ਨਿਕਾਲ ਦਿੰਦੇ ਹਾਂ ਤਾਂ ਕੀ ਰਹਿ ਜਾਏਗਾ ਤੁਹਾਡਾ NO2 ਨੈਗੇਟਿਵ। ਤਾਂ ਸਟਰਕਚਰ ਕੀ ਰਹਿ ਜਾਏਗਾ, ਜਦੋਂ ਤੁਹਾਡਾ ਇੱਥੇ H ਪੋਜ਼ਿਟਿਵ ਚਲਾ ਗਿਆ ਤਾਂ ਆਕਸੀਜਨ ਉੱਪਰ ਕੀ ਰਹਿ ਜਾਏਗਾ, ਨੈਗੇਟਿਵ ਚਾਰਜ, ਇੱਥੇ ਨਾਈਟ੍ਰੋਜਨ, ਡਬਲ ਬੌਂਡ ਆਕਸੀਜਨ। ਤਾਂ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਇੱਥੇ ਆਕਸੀਜਨ ਤੇ ਨੈਗੇਟਿਵ ਚਾਰਜ ਹੈ, ਦੇਖੋ ਨਾ ਇਹਦੇ ਕੋਲ ਕੌਣ ਕੌਣ ਐਜ਼ ਅ ਨਿਊਕਲੀਓਫਾਈਲ ਬਿਹੇਵ ਕਰ ਸਕਦਾ ਹੈ। ਇੱਥੇ ਦੇਖੋ ਕੀ ਹੈ ਤੁਹਾਡੇ ਕੋਲ, ਆਕਸੀਜਨ ਤੇ ਨੈਗੇਟਿਵ ਚਾਰਜ ਹੈ, ਇੱਥੇ ਨਾਈਟ੍ਰੋਜਨ ਕੋਲ ਲੋਨ ਪੇਅਰ ਨੇ, ਇੱਥੇ ਆਕਸੀਜਨ ਕੋਲ ਲੋਨ ਪੇਅਰ ਨੇ। ਦੈਟ ਮੀਨਸ ਤਿੰਨਾਂ ਵਿੱਚੋਂ ਕੋਈ ਵੀ ਐਜ਼ ਅ ਨਿਊਕਲੀਓਫਾਈਲ ਤਰ੍ਹਾਂ ਬਿਹੇਵ ਕਰ ਸਕਦਾ ਹੈ, ਪਰ ਸਟਰੋਂਗ ਨਿਊਕਲੀਓਫਾਈਲ ਕੌਣ ਬਿਹੇਵ ਕਰੇਗਾ, ਜਿਹਦੇ ਉੱਪਰ ਨੈਗੇਟਿਵ ਚਾਰਜ ਹੈ। ਰੀਜ਼ਨ ਕੀ ਹੈ, ਕਿਉਂਕਿ ਇਸ ਨੈਗੇਟਿਵ ਚਾਰਜ ਨੇ ਆਪਣੇ ਆਪ ਨੂੰ ਨਿਊਟਰਲਾਈਜ਼ ਕਰਨਾ ਹੈ, ਤਾਂ ਕਰਕੇ ਆਕਸੀਜਨ ਦੇ ਉੱਪਰ ਜੋ ਨੈਗੇਟਿਵ ਚਾਰਜ ਹੈ ਉਹ ਤੁਹਾਡੇ ਐਲਕਾਈਲ RF ਵਾਲੇ ਪਾਰਟ ਤੇ, ਅਲਕਾਈਲ ਪਾਰਟ ਤੇ ਅਟੈਕ ਕਰੇਗਾ ਤੇ ਹੈਲੋਜਨ ਨੂੰ ਰਿਮੂਵ ਕਰ ਦੇਗਾ ਤੇ ਅਲਟੀਮੇਟਲੀ ਜੋ ਤੁਹਾਡਾ ਪ੍ਰੋਡਕਟ ਇੱਥੇ ਫਾਰਮ ਹੋਏਗਾ ਉਹ ਕੀ ਹੋਏਗਾ ਤੁਹਾਡਾ ਇੱਥੇ, ਅਲਕਾਈਲ ਨਾਈਟ੍ਰਾਈਟ, ਅਲਕਾਈਲ ਨਾਈਟ੍ਰਾਈਟ। नेक्स्ट लिखो फॉर्मेशन ऑफ नाइट्रो एल्कीन, फॉर्मेशन ऑफ नाइट्रो एल्कीन, ਫਾਰਮੇਸ਼ਨ ਆਫ ਨਾਈਟ੍ਰੋ ਐਲਕੀਨ। ਦੇਖੋ ਫਾਰਮੇਸ਼ਨ ਆਫ ਨਾਈਟ੍ਰੋ ਐਲਕੀਨ, ਤਾਂ ਇੱਥੇ ਦੇਖੋ ਹੁਣ ਆਪਾਂ ਕੀ ਯੂਜ਼ ਕਰਾਂਗੇ, ਕਿ ਨਾਈਟ੍ਰੋ ਐਲਕੀਨ ਮਤਲਬ ਇੱਥੇ ਜੋ ਅਲਕਾਈਲ ਪਾਰਟ ਹੈ ਉਹਦੀ ਜੋ ਬੌਂਡਿੰਗ ਹੋਏਗੀ ਉਹ ਆਕਸੀਜਨ ਦੇ ਨਾਲ ਨਾ ਹੋ ਕੇ ਤੁਹਾਡੇ ਨਾਈਟ੍ਰੋਜਨ ਦੇ ਨਾਲ ਹੋਏਗੀ। ਦੈਟ ਮੀਨਸ ਇੱਥੇ ਜੋ ਹੁਣ ਹੋਏਗਾ ਨਾਈਟ੍ਰੋ, ਜੋ ਥੋੜਾ ਨਾਈਟ੍ਰੋਜਨ ਐਟਮ ਹੈ that will behave as your nucleophile। ਤਾਂ ਦੇਖੋ ਹੁਣ ਇੱਥੇ ਆਪਾਂ ਰਿਐਕਸ਼ਨ ਕਿਹਦੇ ਨਾਲ ਕਰਵਾਵਾਂਗੇ, ਇਸਦੀ RF ਦੀ ਰਿਐਕਸ਼ਨ ਆਪਾਂ ਕਰਵਾਵਾਂਗੇ AgNO2 ਦੇ ਨਾਲ, ਸਿਲਵਰ ਨਾਈਟ੍ਰਾਈਡ ਦੇ ਨਾਲ ਜਦੋਂ ਦੀ ਰਿਐਕਸ਼ਨ ਕਰਵਾਵਾਂਗੇ ਤਾਂ ਆਪਣੇ ਕੋਲ ਇੱਥੇ ਕੀ ਬਣੇਗਾ, ਤੁਹਾਡਾ ਨਾਈਟ੍ਰੋ ਐਲਕੀਨ ਬਣੇਗਾ along with your AgX। ਹੁਣ ਦੇਖੋ ਕਿ ਨਾਈਟ੍ਰੋਜਨ ਕਿਉਂ ਅਟੈਕ ਕਰਦਾ ਹੈ, ਅਗੇਨ ਇਹ ਹੁਣ ਤੋਂ ਕਿੱਥੋਂ ਨਿਕਲ ਕੇ ਆਏਗਾ, ਇਹਦੇ ਸਟਰਕਚਰ ਤੋਂ। ਦੇਖੋ ਇਹਦਾ ਸਟਰਕਚਰ ਕੀ ਹੁੰਦਾ ਹੈ, AgO ਡਬਲ ਬੌਂਡ ਆਕਸੀਜਨ। ਤਾਂ ਅਗੇਨ ਤੁਸੀਂ ਦੇਖੋ ਕਿ ਜੋ ਤੁਹਾਡਾ ਆਹ ਵਾਲਾ ਪਾਰਟ ਹੈ ਸਿਲਵਰ ਤੇ ਆਕਸੀਜਨ ਵਾਲਾ ਜੋ ਪਾਰਟ ਹੈ ਇਹ ਜਨਰਲੀ ਕੀ ਹੈ, ਇੱਥੇ ਤੁਹਾਡਾ ਕੋਵੈਲੈਂਟ ਪਾਰਟ ਹੈ, ਕੋਵੈਲੈਂਟ ਬੌਂਡ ਹੈ। ਤਾਂ ਹੁਣ ਦੇਖੋ ਇੱਥੇ ਜੋ ਅਟੈਕ ਕਰਨਾ ਹੈ ਤੁਹਾਡੇ ਅਲਕਾਈਲ ਪਾਰਟ ਤੇ, ਉਹ ਤੁਹਾਡੇ ਆਕਸੀਜਨ ਦੇ ਲੋਨ ਪੇਅਰ ਕਰ ਸਕਦੇ ਨੇ, ਨਾਈਟ੍ਰੋਜਨ ਦੇ ਲੋਨ ਪੇਅਰ ਕਰ ਸਕਦੇ ਨੇ, ਜਾਂ ਡਬਲ ਬੌਂਡਡ ਨਾਈਟ੍ਰੋਜਨ ਦੇ ਆਕਸੀਜਨ ਕਰ ਸਕਦੇ। ਹੁਣ ਦੇਖੋ ਕਿਉਂਕਿ ਇੱਥੇ ਕਿਸੇ ਦੇ ਉੱਪਰ ਵੀ ਨੈਗੇਟਿਵ ਚਾਰਜ ਨਹੀਂ ਪ੍ਰੈਜ਼ੈਂਟ, ਤਾਂ ਹੁਣ ਆਪਾਂ ਜੋ ਇਹਨਾਂ ਦੀ ਨਿਊਕਲੀਓਫਿਲਿਸਿਟੀ ਹੈ ਉਸਨੂੰ ਕਾਹਦੇ ਨਾਲ ਦੇਖਾਂਗੇ, ਇਹਨਾਂ ਦੀ ਇਲੈਕਟ੍ਰੋਨੈਗੇਟਿਵਿਟੀ ਦੇ ਨਾਲ। ਤੇ ਤੁਹਾਨੂੰ ਮੈਂ ਪੁਆਇੰਟ ਦੱਸਿਆ ਸੀ ਜਨਰਲ ਆਰਗੈਨਿਕ ਕੈਮਿਸਟਰੀ ਦੇ ਵਿੱਚ ਕਿ ਜੋ ਤੁਹਾਡੀ ਨਿਊਕਲੀਓਫਿਲਿਸਿਟੀ ਹੈ that is inversely proportional to electronegativity। ਤਾਂ ਆਕਸੀਜਨ ਦੀ ਕੰਪੈਰੀਜ਼ਨ ਦੇ ਵਿੱਚ ਜੋ ਤੁਹਾਡਾ ਨਾਈਟ੍ਰੋਜਨ ਹੁੰਦਾ ਹੈ that is less electronegative, less electronegative। so that means ਅਗਰ ਇਹ less electronegative ਹੈ so that means that will behave as a better nucleophile। ਤਾਂ ਇਹ ਤੁਹਾਡੇ ਹੈਲੋਜਨ ਨੂੰ ਬਾਹਰ ਰਿਮੂਵ ਕਰ ਦੇਗਾ by attacking on your alkyl part। ਤਾਂ ਕਰਕੇ ਇੱਥੇ ਅਲਕਾਈਲ ਦੇ ਨਾਲ ਤੁਹਾਡਾ ਨਾਈਟ੍ਰੋਜਨ ਐਡ ਹੁੰਦਾ ਹੈ as compared to your ਆਕਸੀਜਨ। ਆਕਸੀਜਨ ਅਟੈਚ ਹੋਣ ਦੀ ਬਜਾਏ ਇੱਥੇ ਨਾਈਟ੍ਰੋਜਨ ਤੁਹਾਡਾ ਕਿਉਂਕਿ ਬੈਟਰ ਨਿਊਕਲੀਓਫਾਈਲ ਹੈ ਤਾਂ ਕਰਕੇ ਨਾਈਟ੍ਰੋਜਨ ਅਟੈਕ ਹੁੰਦਾ ਹੈ, ਤਾਂ ਤੁਹਾਡੇ ਕੋਲ ਪ੍ਰੋਡਕਟ ਕੀ ਬਣਦਾ ਤੁਹਾਡਾ ਨਾਈਟ੍ਰੋ ਐਲਕੀਨ। ਨੈਕਸਟ ਲਿਖੋ ਫਾਰਮੇਸ਼ਨ ਆਫ ਐਸਟਰ, ਫਾਰਮੇਸ਼ਨ ਆਫ ਐਸਟਰ। ਹੁਣ ਦੇਖੋ ਐਸਟਰ ਬਣਾਉਣਾ ਹੈ ਬਈ, ਹੈ ਨਾ, ਐਸਟਰ ਵਾਲਾ ਗਰੁੱਪ ਕਿਹੜਾ ਹੁੰਦਾ ਤੁਹਾਨੂੰ ਪਤਾ ਹੈ, R C ਡਬਲ ਬੌਂਡ O O R। ਹੁਣ ਦੇਖੋ ਤੁਹਾਡੇ ਕੋਲ ਮਤਲਬ ਕੀ ਹੈ ਕਿ ਮੰਨ ਲਓ ਅਗਰ ਮੈਂ R ਡੈਸ਼ ਤੁਹਾਡੇ ਅਲਕਾਈਲ ਵਾਲੇ ਪਾਰਟ ਨੂੰ ਲੈਣਾ ਹਾਂ, ਤਾਂ ਅਗਰ ਮੈਂ ਹੁਣ ਦੇਖੋ R ਡੈਸ਼ ਦੇ ਨਾਲ ਹੈਲੋਜਨ ਨੂੰ ਹਟਾ ਕੇ ਮੈਂ ਆਹ ਵਾਲਾ ਪਾਰਟ ਇੰਟਰੋਡਿਊਸ ਕਰਵਾ ਰਿਹਾ ਹਾਂ R C ਡਬਲ ਬੌਂਡ O O ਨੈਗੇਟਿਵ, ਦੈਟ ਮੀਨਸ ਉੱਥੇ ਮੇਰੇ ਕੋਲ ਉਹ ਪਾਰਟ ਨੇ ਅਟੈਕ ਕਰਨਾ ਹੈ। ਤਾਂ ਹੁਣ ਦੇਖੋ O ਨੈਗੇਟਿਵ ਮਤਲਬ ਮੈਨੂੰ ਸਾਲਟ ਲੈਣਾ ਪਏਗਾ, ਤਾਂ ਸਾਲਟ ਲੈਣ ਦੇ ਲਈ ਜਾਂ ਤਾਂ ਮੈਂ ਦੇਖੋ ਇੱਥੇ ਸੋਡੀਅਮ ਸਾਲਟ ਲੈ ਸਕਦਾ ਹਾਂ। ਰੀਜ਼ਨ ਕੀ ਹੈ ਕਿ ਜੋ ਵੀ ਤੁਹਾਡਾ ਸੋਡੀਅਮ ਹੈ ਤੁਹਾਨੂੰ ਪਤਾ ਹੈ ਉਸ ਦੀ ਹੈਲੋਜਨ ਦੇ ਨਾਲ ਬਹੁਤ ਹੀ ਅੱਛੀ ਬੌਂਡਿੰਗ ਹੋਏਗੀ, ਤਾਂ ਆਹ ਨੈਗੇਟਿਵ ਤੁਹਾਡੇ ਅਲਕਾਈਲ ਪਾਰਟ ਤੇ ਅਟੈਕ ਕਰਕੇ ਤੁਹਾਡੇ ਹੈਲੋਜਨ ਨੂੰ ਰਿਮੂਵ ਕਰ ਦੇਗਾ। ਤਾਂ ਇੱਥੇ ਕੀ ਬਣ ਜਾਏਗਾ ਤੁਹਾਡਾ ਇੱਥੇ ਐਸਟਰ ਪਾਰਟ ਬਣ ਜਾਏਗਾ along with your sodium hydroxide, along with your sodium halide। ਜਾਂ ਸੈਕਿੰਡ ਕੀ ਹੈ ਤੁਹਾਨੂੰ ਪਤਾ ਹੈ, ਹੈਲੋਜਨ ਜੋ ਹੁੰਦਾ ਹੈ ਉਹਦੀ ਸਟਰੋਂਗ ਬੌਂਡਿੰਗ ਕਾਦੇ ਨਾਲ ਹੁੰਦੀ ਹੈ ਤੁਹਾਡੀ ਸਿਲਵਰ ਦੇ ਨਾਲ। ਤਾਂ ਅਗਰ ਤੁਸੀਂ ਇੱਥੇ ਸੋਡੀਅਮ ਨਾ ਯੂਜ਼ ਕਰਨਾ ਹੈ ਤਾਂ ਇੱਥੇ ਤੁਸੀਂ ਸਿਲਵਰ ਨੂੰ ਯੂਜ਼ ਕਰ ਸਕਦੇ ਹੋ। ਤਾਂ ਸਿਲਵਰ ਨੂੰ ਅਗਰ ਯੂਜ਼ ਕਰੋਗੇ ਤਾਂ ਇੱਥੇ ਅਗੇਨ ਤੁਹਾਡਾ ਪ੍ਰੋਡਕਟ ਸੇਮ ਹੀ ਬਣੇਗਾ, ਬਟ ਜੋ ਤੁਹਾਡਾ ਇੱਥੇ ਬਾਹਰ ਨਿਕਲੇਗਾ ਉਹ ਕੀ ਨਿਕਲੇਗਾ ਤੁਹਾਡਾ ਸਿਲਵਰ ਹੈਲਾਈਡ, ਸਿਲਵਰ
हैलाइड। लिखो फॉर्मेशन ऑफ अमाइंस, फॉर्मेशन ऑफ, ਫਾਰਮੇਸ਼ਨ ਆਫ ਅਮਾਈਨਸ। ਦੇਖੋ ਜੋ ਰਿਐਕਸ਼ਨ ਆਪਾਂ ਹੁਣ ਇੱਥੇ ਲਿਖਾਂਗੇ ਇਸ ਨੂੰ ਆਪਾਂ ਹੋਫਮੈਨ ਅਮੋਨੋਲਿਸਿਸ ਰਿਐਕਸ਼ਨ ਵੀ ਬੋਲ ਦਿੰਦੇ ਹਾਂ। ਹੋਫਮੈਨ ਅਮੋਨੋਲਿਸਿਸ ਰਿਐਕਸ਼ਨ ਵੀ ਆਪਾਂ ਇਸ ਨੂੰ ਬੋਲਦੇ ਹਾਂ। ਦੇਖੋ ਇਹਦੇ ਵਿੱਚ ਕੀ ਹੈ, ਆਪਾਂ ਕੀ ਕਰਾਂਗੇ ਕਿ ਜੋ ਵੀ ਤੁਹਾਡਾ ਅਲਕਾਈਲ ਹੈਲਾਈਡ ਹੈ ਉਸਦੀ ਰਿਐਕਸ਼ਨ ਆਪਾਂ ਸਭ ਤੋਂ ਪਹਿਲਾਂ ਕਾਹਦੇ ਨਾਲ ਕਰਾਂਗੇ, ਤੁਹਾਡੇ ਅਮੋਨੀਆ ਦੇ ਨਾਲ। ਕਿਉਂ? ਕਿਉਂਕਿ ਅਮੋਨੀਆ ਦੇ ਜੋ ਲੋਨ ਪੇਅਰ ਨੇ ਨਾਈਟ੍ਰੋਜਨ ਦੇ ਉਹ ਤੁਹਾਡੇ ਹੈਲੋਜਿਸ ਤੇ ਅਟੈਕ ਕਰਨਗੇ ਅਲਕਾਈਲ ਪਾਰਟ ਤੇ ਤੁਹਾਡੇ ਹੈਲੋਜਨ ਨੂੰ ਬਾਹਰ ਰਿਮੂਵ ਕਰਨਗੇ। ਤਾਂ ਇਹਦੇ ਨਾਲ ਕੀ ਬਣੇਗਾ, ਸਭ ਤੋਂ ਪਹਿਲਾਂ ਤੁਹਾਡਾ ਕੀ ਜਨਰੇਟ ਹੋਏਗਾ ਇੱਥੇ ਪ੍ਰਾਇਮਰੀ ਅਮੀਨ, ਤੇ ਨਾਲ ਕੀ ਅਟੈਚ ਹੋ ਜਾਏਗਾ ਤੁਹਾਡਾ ਰਿਮੂਵ ਹੋਏਗਾ HX। ਸੋ ਤੁਹਾਡਾ ਸਭ ਤੋਂ ਪਹਿਲਾਂ ਤੇ ਕੀ ਜਨਰੇਟ ਹੋਏਗਾ ਤੁਹਾਡਾ ਪ੍ਰਾਇਮਰੀ ਅਮੀਨ। ਤਾਂ ਦੇਖੋ ਹੁਣ ਜੋ ਤੁਹਾਡਾ ਪ੍ਰਾਇਮਰੀ ਅਮੀਨ ਇੱਥੇ ਜਨਰੇਟ ਹੋਇਆ ਹੈ ਉਹਦੇ ਕੋਲ ਨਾਈਟ੍ਰੋਜਨ ਜੋ ਪ੍ਰੈਜ਼ੈਂਟ ਹੈ ਉਸਦੇ ਕੋਲ ਲੋਨ ਪੇਅਰ ਪ੍ਰੈਜ਼ੈਂਟ ਨਹੀਂ, ਤਾਂ ਉਹ ਜੋ ਲੋਨ ਪੇਅਰ ਹੈ ਉਹ ਤੁਹਾਡੇ ਕਾਹਦੇ ਤੇ ਅਟੈਕ ਕਰ ਸਕਦੇ ਨੇ, ਤੁਹਾਡੇ ਫਰਦਰ ਸੈਕਿੰਡ ਮੋਲੀਕਿਊਲ ਆਫ ਐਲਕਾਈਲ ਹੈਲਾਈਡ ਤੇ ਅਟੈਕ ਕਰ ਸਕਦੇ ਨੇ। ਤਾਂ ਜਿੱਦਾਂ ਹੀ ਇਸਨੇ ਤੇ ਅਟੈਕ ਕੀਤਾ ਤਾਂ ਇੱਥੇ ਤੁਹਾਡੇ ਕੋਲ ਕੀ ਜਨਰੇਟ ਹੋਏਗਾ, ਤੁਹਾਡਾ ਸਕੈਂਡਰੀ ਅਮੀਨ। ਇੱਥੇ ਕੀ ਜਨਰੇਟ ਹੋਏਗਾ, ਤੁਹਾਡਾ ਸਕੈਂਡਰੀ ਅਮੀਨ। ਤਾਂ ਦੇਖੋ ਹੁਣ ਜੋ ਤੁਹਾਡਾ ਸਕੈਂਡਰੀ ਅਮੀਨ ਹੈ ਉਸ ਕੋਲ ਫਿਰ ਤੋਂ ਨਾਈਟ੍ਰੋਜਨ ਦੇ ਕੋਲ ਲੋਨ ਪੇਅਰ ਨੇ, ਤਾਂ ਇਹ ਨਾਈਟ੍ਰੋਜਨ ਦੇ ਲੋਨ ਪੇਅਰ ਤੁਹਾਡੇ ਫਰਦਰ ਤੁਹਾਡੇ ਤੀਸਰੇ ਮੋਲੀਕਿਊਲ ਦੇ ਅਲਕਾਈਲ ਹੈਲਾਈਡ ਦੇ ਤੀਸਰੇ ਮੋਲੀਕਿਊਲ ਤੇ ਕੀ ਕਰ ਸਕਦੇ ਨੇ, ਅਟੈਕ ਕਰ ਸਕਦੇ ਨੇ ਟੂ ਫਾਰਮ ਯੂਅਰ ਟਰਸ਼ਰੀ ਅਮਾਈਨ, ਟੂ ਫਾਰਮ ਯੂਅਰ ਟਰਸ਼ਰੀ ਅਮਾਈਨ। ਤਾਂ ਇੱਥੇ ਤੁਹਾਡੇ ਕੋਲ ਕੀ ਬਣ ਜਾਏਗਾ, ਤੁਹਾਡਾ ਟਰਸ਼ਰੀ ਅਮਾਈਨ। ਤਾਂ ਦੇਖੋ ਨਾਈਟ੍ਰੋਜਨ ਦੇ ਲੋਨ ਪੇਅਰ ਨੇ ਜਿੱਦਾਂ ਹੀ R ਤੇ ਅਟੈਕ ਕੀਤਾ ਤਾਂ ਤੁਹਾਡੇ R2 ਤਾਂ ਪਹਿਲਾਂ ਹੀ ਪ੍ਰੈਜ਼ੈਂਟ ਸੀ, ਠੀਕ ਹੈ। ਤਾਂ ਟੋਟਲ ਕਿੰਨੇ ਹੋ ਗਏ, 3, ਤੇ ਨਾਲ ਤੁਹਾਡਾ ਕੀ ਰਿਮੂਵ ਹੋ ਗਿਆ ਇੱਥੇ HX, ਨਾਲ ਕੀ ਰਿਮੂਵ ਹੋ ਰਿਹਾ ਤੁਹਾਡਾ ਇੱਥੇ HX। ਦੇਖੋ ਹੁਣ ਜੋ ਤੁਹਾਡਾ ਟਰਸ਼ਰੀ ਅਮੀਨ ਹੈ ਇਹਦੇ ਕੋਲ ਲੋਨ ਪੇਅਰ ਹਜੇ ਫਿਰ ਤੋਂ ਪ੍ਰੈਜ਼ੈਂਟ ਨੇ, ਇਹ ਤੁਹਾਡੇ ਫਰਦਰ ਤੁਹਾਡੇ ਅਲਕਾਈਲ ਹੈਲਾਈਡ ਤੇ ਕੀ ਕਰ ਸਕਦੇ ਨੇ, ਰਿਐਕਟ ਕਰ ਸਕਦੇ ਨੇ ਤੇ ਤੁਹਾਡੇ ਹੈਲੋਜਨ ਨੂੰ ਬਾਹਰ ਰਿਮੂਵ ਕਰ ਸਕਦੇ ਨੇ। ਤਾਂ ਤੁਸੀਂ ਦੇਖੋ ਕਿ ਤੁਹਾਡਾ ਜੋ ਟਰਸ਼ਰੀ ਅਮੀਨ ਤੇ 3 ਅਲਕਾਈਲ ਪਾਰਟ ਪਹਿਲਾਂ ਹੀ ਪ੍ਰੈਜ਼ੈਂਟ ਸੀ, ਚੌਥਾ ਇੱਕ ਹੋਰ ਆ ਗਿਆ, ਮਤਲਬ ਨਾਈਟ੍ਰੋਜਨ ਦੇ ਨਾਲ 4 ਅਲਕਾਈਲ ਪਾਰਟ ਲੱਗੇ ਨੇ। ਤਾਂ ਕਰਕੇ ਕਿਉਂਕਿ ਇੱਥੇ ਨਾਈਟ੍ਰੋਜਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਜਾਏਗਾ ਤਾਂ ਇੱਥੇ ਉਸ ਨੂੰ ਕਾਊਂਟਰ ਬੈਲੈਂਸ ਕਰਨ ਦੇ ਲਈ ਕੀ ਆਏਗਾ, ਹੈਲਾਈਡ। ਤਾਂ ਇੱਥੇ ਦੇਖੋ ਕੀ ਬਣ ਰਿਹਾ, ਤੁਹਾਡਾ ਕੁਆਟਰਨਰੀ ਸਾਲਟ ਬਣ ਰਿਹਾ ਹੈ। ਤੇ ਜਿਹੜੀ ਵੀ ਮੈਂ ਪੂਰੀ ਇਹ ਰਿਐਕਸ਼ਨ ਲਿਖੀ ਹੈ ਤੇ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਹੋਫਮੈਨ ਅਮੋਨੋਲਿਸਿਸ ਰਿਐਕਸ਼ਨ। ਤੇ ਇਹ ਜੋ ਆਪਣਾ ਐਂਡ ਤੇ ਸਾਲਟ ਬਣਿਆ ਹੈ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਕੁਆਟਰਨਰੀ ਅਮੋਨੀਅਮ ਸਾਲਟ, ਕਿਉਂਕਿ ਇੱਥੇ ਜੋ ਨਾਈਟ੍ਰੋਜਨ ਹੈ ਉਹ ਤੁਹਾਡੇ 4 ਐਲਕਾਈਲ ਪਾਰਟ ਦੇ ਨਾਲ ਅਟੈਚਡ ਹੈ। 1 ਬਾਈ 1 ਕਰਕੇ ਜੋ ਵੀ ਤੁਹਾਡਾ ਇੱਥੇ ਪ੍ਰੋਡਕਟ ਬਣਦਾ ਹੈ ਉਹ ਤੁਹਾਡੇ ਨੈਕਸਟ ਸਟੈਪ ਦੇ ਲਈ ਐਜ਼ ਆ ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਕਰਦਾ ਹੈ ਤੇ ਫਰਦਰ ਤੁਹਾਡਾ ਪ੍ਰੋਡਕਟ ਬਣਾਉਂਦਾ ਹੈ, ਉਹ ਫਰਦਰ ਰਿਐਕਟ ਕਰਦਾ ਕਰਦਾ ਤੁਹਾਡਾ ਅਲਟੀਮੇਟਲੀ ਤੁਹਾਡਾ ਕੁਆਟਰਨਰੀ ਅਮੋਨੀਅਮ ਸਾਲਟ ਦੀ ਫਾਰਮੇਸ਼ਨ ਕਰਦਾ ਹੈ। ਹੁਣ ਦੇਖੋ ਜੋ ਤੁਹਾਡਾ ਕੁਆਟਰਨਰੀ ਅਮੋਨੀਅਮ ਸਾਲਟ ਬਣਿਆ ਹੈ ਇਸ ਵਿੱਚ ਹੁਣ ਨਾਈਟ੍ਰੋਜਨ ਕੋਲ ਫਰਦਰ ਕੋਈ ਐਕਸਟਰਾ ਲੋਨ ਪੇਅਰ ਨਹੀਂ ਬਚੇ ਜੋ ਤੁਹਾਡੇ ਫਰਦਰ ਐਲਕਾਈਲ ਹੈਲਾਈਡ ਦੇ ਨਾਲ ਰਿਐਕਟ ਕਰ ਸਕਣ। ਸੋ ਦਿਸ ਓਵਰਆਲ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਹੋਫਮੈਨ ਅਮੋਨੋਲਿਸਿਸ ਰਿਐਕਸ਼ਨ। तो देखो नेक्स्ट लिखो फॉर्मेशन ऑफ थायो एल्कोहल्स, फॉर्मेशन ऑफ थायो एल्कोहल्स। देखो थायो एल्कोहल्स ਕੀ ਹੁੰਦੇ ਨੇ, ਥਾਇਓ ਦਾ ਮਤਲਬ ਹੁੰਦਾ ਸਲਫਰ। ਤਾਂ ਤੁਸੀਂ ਇੱਥੇ ਕੀ ਕਰਨਾ ਹੈ, ਜਿਵੇਂ ਆਪਾਂ ਫਸਟ ਰਿਐਕਸ਼ਨ ਲਿਖੀ ਸੀ ਉਹਦੇ ਵਿੱਚ ਆਪਾਂ ਆਕਸੀਜਨ ਸੀ ਨਾ, ਆਕਸੀਜਨ ਦੀ ਜਗ੍ਹਾ ਤੇ ਹੁਣ ਆਪਾਂ ਕੀ ਯੂਜ਼ ਕਰਾਂਗੇ, ਤੁਹਾਡਾ RSH ਅਤੇ R ਡੈਸ਼ ਲੈ ਲਓ ਚਾਹੇ, ਹੈ ਨਾ। ਤਾਂ ਜੋ ਤੁਹਾਡੇ ਇੱਥੇ ਕੀ ਨੇ ਜਾਂ ਤੁਸੀਂ R ਡੈਸ਼ SH ਦੀ ਫਾਰਮੇਸ਼ਨ ਕਰਾਂਗੇ, ਸੌਰੀ ਇੱਥੇ ਲਿਖ ਲਓ R ਡੈਸ਼ SH ਦੀ ਫਾਰਮੇਸ਼ਨ ਕਰਾਂਗੇ ਆਪਾਂ। ਤਾਂ ਤੁਸੀਂ ਇੱਥੇ ਕੀ ਕਰ ਸਕਦੇ ਹੋ, ਇਹਦੀ ਰਿਐਕਸ਼ਨ ਕਾਦੇ ਨਾਲ ਕਰਵਾਓਗੇ, ਦੇਖੋ ਹੈਲੋਜਨ ਨੂੰ ਰਿਮੂਵ ਕਰਨਾ ਹੈ। ਆਪਾਂ ਇੱਥੇ ਕੀ ਲਵਾਂਗੇ ਤੁਹਾਡਾ ਹੁਣ ਸੋਡੀਅਮ ਦੇ ਨਾਲ SH ਨੈਗੇਟਿਵ, ਪਹਿਲਾਂ ਆਪਾਂ ਕੀ ਲੈਂਦੇ ਸੀ OH ਨੈਗੇਟਿਵ ਹਾਈਡਰੋਕਸਾਈਡ, ਹੁਣ ਆਪਾਂ ਇਹਨੂੰ ਲਿਖਾਂਗੇ ਇੱਥੇ ਸੋਡੀਅਮ ਹਾਈਡਰੋਸਲਫਾਈਡ, ਸੋਡੀਅਮ ਹਾਈਡਰੋਸਲਫਾਈਡ। ਹੁਣ ਇੱਥੇ ਦੇਖੋ ਜੋ ਨੈਗੇਟਿਵ ਚਾਰਜ ਹੈ ਉਹ ਤੁਹਾਡੇ ਸਲਫਰ ਤੇ ਹੈ, ਤਾਂ ਸਲਫਰ ਕੀ ਕਰੇਗਾ, ਇਸ ਤੇ ਅਟੈਕ ਕਰੇਗਾ, ਹੈਲੋਜਨ ਬਾਹਰ ਰਿਮੂਵ ਹੋਗਾ ਤਾਂ ਤੁਹਾਡਾ ਪ੍ਰੋਡਕਟ ਕੀ ਬਣੇਗਾ RSH। ਤਾਂ ਇੱਥੇ ਜੋ ਤੁਹਾਡਾ ਨਿਊਕਲੀਓਫਾਈਲ ਹੈ ਉਹ ਕੀ ਹੈ, ਤੁਹਾਡਾ SH ਨੈਗੇਟਿਵ ਮਤਲਬ ਹਾਈਡਰੋਸਲਫਾਈਡ, ਹਾਈਡਰੋਸਲਫਾਈਡ। ਤਾਂ ਇੱਥੇ ਤੁਹਾਡਾ ਪ੍ਰੋਡਕਟ ਕੀ ਬਣਦਾ ਹੈ, ਥਾਇਓ ਐਲਕੋਹਲ, ਥਾਇਓ ਐਲਕੋਹਲ।
ਨੈਕਸਟ ਦੇਖੋ, ਜਿਵੇਂ ਮੈਂ ਤੁਹਾਨੂੰ ਵਿਲੀਅਮਸਨ ਸਿੰਥੇਸਿਸ ਕਰਵਾਈ ਸੀ ਹਨਾ, ਉੱਥੇ ਆਪਾਂ ਐਲਕੋਕਸਾਈਡ ਲਿੱਤਾ ਸੀ ਹਨਾ। ਹੁਣ ਆਪਾਂ ਇੱਥੇ ਕੀ ਲਵਾਂਗੇ, ਮਰਕੈਪਟਾਈਡ। ਮਰਕੈਪਟਾਈਡ ਦਾ ਮਤਲਬ ਇੱਥੇ ਲਿਖ ਲਓ ਤੁਸੀਂ ਨੈਕਸਟ ਰਿਐਕਸ਼ਨ, ਫਾਰਮੇਸ਼ਨ ਆਫ ਥਾਇਓ ਈਥਰ। ਫਾਰਮੇਸ਼ਨ ਆਫ ਥਾਇਓ ਈਥਰ। ਤਾਂ ਇੱਥੇ ਹੁਣ ਦੇਖੋ ਕੀ ਲਿਖਾਂਗੇ ਆਪਾਂ, ਆਰ ਐਕਸ ਦੀ ਰਿਐਕਸ਼ਨ ਤੁਹਾਡੇ R ਡੈਸ਼ S ਨੈਗੇਟਿਵ Na ਪੋਜ਼ਿਟਿਵ। ਤਾਂ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਸੋਡੀਅਮ ਮਰਕੈਪਟਾਈਡ। ਸੋਡੀਅਮ ਮਰਕੈਪਟਾਈਡ। ਤਾਂ ਅਗਰ ਦੇਖੋ ਹੁਣ ਇੱਥੇ ਲਾਸਟ ਟਾਈਮ ਕੀ ਸੀ, ਉੱਥੇ ਆਕਸੀਜਨ ਸੀ, ਐਲਕੋਕਸਾਈਡ ਸੀ, ਉਹ ਅਟੈਕ ਕਰਦਾ ਸੀ। ਹੁਣ ਇੱਥੇ ਤੁਹਾਡਾ ਜੋ ਸਲਫਰ ਤੇ ਨੈਗੇਟਿਵ ਚਾਰਜ ਹੈ, that will attack to form your R S dash sorry S R dash। ਤਾਂ ਇੱਥੇ ਤੁਹਾਡੇ ਕੋਲ ਕੀ ਜਨਰੇਟ ਹੋਏਗਾ, ਤੁਹਾਡਾ ਥਾਇਓ ਈਥਰ। ਕਿਉਂਕਿ ਇੱਥੇ ਕੀ ਹੈ, ਤੁਹਾਡਾ ਆਕਸੀਜਨ ਦੀ ਬਜਾਏ ਤੁਹਾਡਾ ਸਲਫਰ ਪ੍ਰੈਜ਼ੈਂਟ ਹੈ, ਤਾਂ ਕਰਕੇ ਤੁਸੀਂ ਇਸ ਨੂੰ ਨਾਮ ਕੀ ਦਿੰਦੇ ਹੋ, ਤੁਹਾਡਾ ਥਾਇਓ ਈਥਰ। ਕੀ ਨਾਮ ਦਿੰਦੇ ਹੋ ਇਸ ਨੂੰ ਤੁਸੀਂ, ਥਾਇਓ ਈਥਰ। ਨੈਕਸਟ ਲਿਖੋ, ਫਾਰਮੇਸ਼ਨ ਆਫ ਹਾਇਰ ਐਲਕੀਨਸ। ਅਗਰ ਤੁਸੀਂ ਇੱਥੋਂ ਹਾਇਰ ਐਲਕੀਨਸ ਨੂੰ ਜਨਰੇਟ ਕਰਨਾ ਹੈ ਤਾਂ ਕਿੱਦਾਂ ਕਰ ਸਕਦੇ ਹੋ। ਦੇਖੋ ਤੁਹਾਨੂੰ ਪਤਾ ਹੈ, ਜੋ ਤੁਹਾਡੀ ਐਲਕਾਈਨਸ ਹੁੰਦੀਆਂ ਨੇ, ਐਲਕਾਈਨ ਦੇ ਵਿੱਚ ਜੋ ਤੁਹਾਡਾ ਟਰਮੀਨਲ ਵਾਲਾ ਹੈ ਨਾ ਹਾਈਡਰੋਜਨ ਪ੍ਰੈਜ਼ੈਂਟ ਹੁੰਦਾ ਹੈ, ਉਹ ਤੁਹਾਡਾ ਕੀ ਹੁੰਦਾ ਹੈ, ਐਸਿਡਿਕ ਹੁੰਦਾ ਹੈ। ਤਾਂ ਮੰਨ ਲਓ ਅਗਰ ਤੁਹਾਡਾ CH ਹੈ, ਟ੍ਰਿਪਲ ਬੌਂਡ CH ਹੈ, ਅਗਰ ਮੈਂ ਇਸ ਦੀ ਰਿਐਕਸ਼ਨ ਬੇਸ ਦੇ ਨਾਲ ਕਰਦਾ ਹਾਂ ਤਾਂ ਤੁਹਾਡਾ ਕੀ ਜਨਰੇਟ ਹੋਏਗਾ, ਇੱਥੇ CH ਟ੍ਰਿਪਲ ਬੌਂਡ C ਨੈਗੇਟਿਵ Na ਪੋਜ਼ਿਟਿਵ। ਤਾਂ ਜੋ ਤੁਹਾਡਾ ਇੱਥੇ ਨੈਗੇਟਿਵ ਚਾਰਜ ਜਨਰੇਟ ਹੋਇਆ ਹੈ, ਉਹ ਐਜ਼ ਅ ਨਿਊਕਲੀਓਫਾਈਲ ਦੀ ਤਰ੍ਹਾਂ ਰਿਐਕਟ ਕਰ ਸਕਦਾ ਹੈ। ਤਾਂ ਤੁਹਾਡੇ ਜੋ ਅਲਕਾਈਲ ਹੈਲਾਈਡ ਹੈ, ਉਹ ਇਸ ਦੇ ਨਾਲ ਕੀ ਕਰੇਗਾ, ਰਿਐਕਟ ਕਰੇਗਾ ਐਜ਼ ਅ ਨਿਊਕਲੀਓਫਾਈਲ। ਤਾਂ ਕੀ ਬਣੇਗਾ ਤੁਹਾਡਾ ਇੱਥੇ ਹਾਇਰ ਮੈਂਬਰ। ਦੇਖੋ ਇੱਥੇ ਤੁਹਾਡੇ ਦੋ ਕਾਰਬਨ ਸੀ, ਪਰ ਜਿੱਦਾਂ ਹੀ ਇਸਨੇ ਅਟੈਕ ਕੀਤਾ ਤਾਂ ਤੁਹਾਡਾ ਅਲਕਾਈਲ ਪਾਰਟ ਇਸ ਦੇ ਨਾਲ ਕੀ ਹੋ ਗਿਆ, ਅਟੈਚ ਹੋ ਗਿਆ, ਜਿਸ ਕਰਕੇ ਕੀ ਬਣ ਗਈ ਇਹ ਇਸਦੀ ਹਾਇਰ ਐਲਕੀਨ ਦੀ ਫਾਰਮੇਸ਼ਨ ਹੋਈ ਹੈ। ਸੋ ਦੈਟ ਮੀਨਸ ਤੁਸੀਂ ਐਲਕਾਈਨ ਤੋਂ ਵੀ ਹਾਇਰ ਐਲਕਾਈਨ ਅਗਰ ਬਣਾਉਣੀ ਹੈ, ਤੁਸੀਂ ਐਲਕਾਈਲ ਹੈਲਾਈਡ ਦਾ ਯੂਜ਼ ਕਰਕੇ ਤੁਸੀਂ ਹਾਇਰ ਐਲਕਾਈਨ ਦਾ ਫਾਰਮੇਸ਼ਨ ਕਰ ਸਕਦੇ ਹੋ। ਠੀਕ ਹੈ, ਸਿਮਿਲਰਲੀ, ਠੀਕ ਹੈ, ਇੱਥੇ ਤੱਕ ਪੁਆਇੰਟ ਕਲੀਅਰ ਹੈ। ਲਾਸਟ ਰਿਐਕਸ਼ਨ ਲਿਖ ਲਓ ਕਿ ਤੁਸੀਂ ਲਿਖ ਸਕਦੇ ਹੋ ਇੱਥੇ ਸਬਸਟੀਟਿਊਸ਼ਨ ਬਾਈ ਸਬਸਟੀਟਿਊਸ਼ਨ ਬਾਈ ਹਾਈਡਰੋਜਨ ਔਨ ਰਿਡਕਸ਼ਨ। ਮਤਲਬ ਇੱਥੇ ਤੁਸੀਂ ਐਲਕੇਨ ਦੀ ਫਾਰਮੇਸ਼ਨ ਕਰ ਰਹੇ ਹੋ, ਔਰ ਸਿੰਪਲੀ ਰਿਡਕਸ਼ਨ ਲਿਖ ਸਕਦੇ ਹੋ ਕਿ ਇੱਥੇ ਤੁਸੀਂ ਕੀ ਕਰ ਰਹੇ ਹੋ, ਕਿ ਅਗਰ ਤੁਸੀਂ ਐਲਕਾਈਲ ਹੈਲਾਈਡ ਦੀ ਰਿਐਕਸ਼ਨ ਕਿਸੇ ਵੀ ਇੱਕ ਰਿਡਿਊਸਿੰਗ ਏਜੰਟ ਦੇ ਨਾਲ ਕਰਦੇ ਹੋ, ਫੋਰ ਐਗਜ਼ਾਮਪਲ ਲਿਥੀਅਮ ਐਲੂਮੀਨੀਅਮ ਹਾਈਡਰਾਈਡ। ਤਾਂ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਦੇ ਵਿੱਚੋਂ ਜੋ ਹਾਈਡਰਾਈਡ ਹੈ H ਨੈਗੇਟਿਵ, that will attack on your alkyl part, ਤੇ ਤੁਹਾਡਾ ਜੋ ਹੈਲੋਜਨ ਹੈ ਉਹ ਰਿਮੂਵ ਹੋ ਜਾਏਗਾ, ਤੇ ਅਲਟੀਮੇਟਲੀ ਤੁਹਾਡੇ ਕੋਲ ਇੱਥੇ ਕੀ ਜਨਰੇਟ ਹੋਏਗਾ, ਤੁਹਾਡਾ ਐਲਕੀ। ਸੋ ਦੈਟ ਮੀਨਸ ਜੋ ਤੁਹਾਡਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਹੈ, ਉਹ ਕਿਦਾਂ ਦਾ ਬਿਹੇਵ ਕਰਦਾ ਹੈ ਇੱਥੇ ਐਜ਼ ਅ ਰਿਡਿਊਸਿੰਗ ਏਜੰਟ। ਉਹ ਆਪਣਾ ਹਾਈਡਰੋਜਨ ਪ੍ਰੋਵਾਈਡ ਕਰਦਾ ਹੈ ਇਨ ਦਾ ਫਾਰਮ ਆਫ H ਨੈਗੇਟਿਵ। ਸੋ ਜੋ H ਨੈਗੇਟਿਵ ਹੈ, ਜੋ ਤੁਹਾਡਾ ਹਾਈਡਰਾਈਡ ਹੈ, ਉਹ ਐਜ਼ ਅ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰਦਾ ਹੈ ਤੁਹਾਡੇ ਅਲਕਾਈਲ ਪਾਰਟ ਤੇ ਤੁਹਾਡੇ ਹੈਲੋਜਨ ਨੂੰ ਰਿਮੂਵ ਕਰਵਾ ਦਿੰਦਾ ਹੈ ਟੂ ਅਲਟੀਮੇਟਲੀ ਫਾਰਮ ਯੂਅਰ ਐਲਕੇਨ ਐਜ਼ ਯੂਅਰ ਪ੍ਰੋਡਕਟ।